वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव पातशाह महाराज जी का है। प्रसंग है सतगुरु गुरु नानक देव पिता महाराज संगलादीप दे राजे शिवनाव दे प्यार दे खिंचे हुए संगलादीप गए ने। राजे ने गुरु दे हुक्मा अनुसार बहुत सुंदर धर्मशाला बनवाई है। गुरु जी ने राजे दे घर चरण पाए। धर्मशाला दे विच संघासन ते सुभाईमान होए। सारी संगलादीप की जो प्रजा सी वो सतगुरु जी दे चरण पूजन वास्ते आउंदी है। जिवें शब्द आपां पढ़दे हैं कि तिन को प्रजा पूजन आई, उथे प्रभु दे प्यारियां दा जिक्र है। इथे आप निरंकार रूप परमेश्वर दा सरगुण रूप गुरु नानक शशोभत ने राजे ने उपदेश मंगया है। गुरु नानक देव पिता महाराज ने समझाया कि राजन धर्म दा घर बड़ी दूर है। तुसी अंध विश्वास नूं धर्म कहो, ये सब तो वड्डी अज्ञानता है। जां इहों कह लईए कि अज दे समय विच ये अपने आप दे विच एक मूर्खता है
ਜਦੋਂ ਬੰਦੇ ਕੋਲ ਸਮਾਂ ਨਹੀਂ ਹੈ ਤੇ ਅੰਧ ਵਿਸ਼ਵਾਸ ਦੇ ਨਾਂ ਤੇ ਬੰਦਾ ਘੰਟਿਆਂ ਬੱਧੀ ਕਤਾਰਾਂ ਵਿੱਚ ਖਲੋਤਾ ਰਹਿੰਦਾ ਹੈ। 2-2 ਮੀਲ 4-4 ਮੀਲ ਲਾਈਨਾਂ ਵਿੱਚ ਲੱਗਾ ਰਹਿੰਦਾ ਹੈ। ਜਦੋਂ ਕਿ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉਪਦੇਸ਼ ਵਿੱਚ ਸੁਣਿਆ ਹੈ, ਇਸ਼ਨਾਨ ਕਰਨਾ, ਇਹ 10ਵਾਂ ਪੁਆਇੰਟ ਹੈ। 9ਵਾਂ ਪੁਆਇੰਟ ਹੈ ਕਿ ਕੀ ਖਾਣਾ ਹੈ ਕੀ ਨਹੀਂ ਖਾਣਾ। ਉਸ ਤੋਂ ਪਹਿਲੇ 8 ਪੁਆਇੰਟ ਨੇ ਕਿ ਤੁਹਾਡੇ ਵਿੱਚ ਕਾਮ ਕ੍ਰੋਧ ਨਹੀਂ ਹੋਣਾ ਚਾਹੀਦਾ, ਤੁਹਾਡੇ ਵਿੱਚ ਲੋਭ ਮੋਹ ਹੰਕਾਰ ਨਹੀਂ ਹੋਣਾ ਚਾਹੀਦਾ, ਤੁਹਾਡੇ ਵਿੱਚ ਨਿੰਦਿਆ ਚੁਗਲੀ ਨਹੀਂ ਹੋਣੀ ਚਾਹੀਦੀ, ਤੁਹਾਡੇ ਵਿੱਚ ਸਤ ਸੰਤੋਖ ਧਰਮ ਧੀਰਜ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਭਗਤ ਜੋਗ ਕਸ਼ਟ ਜੋਗ ਦਾ ਬੋਧ ਰਾਜੇ ਨੂੰ ਕਰਵਾਇਆ। ਇਹ ਬੜੀ ਲੰਬੀ ਕਥਾ ਹੈ, ਮੈਂ ਹੁਣ ਇੱਥੇ ਥੋੜੀ ਜਿਹੀ ਵਿੱਚੋਂ ਕਥਾ ਛੱਡ ਰਿਹਾ ਕਿ ਇੰਨੀ ਲੰਬੀ ਹੈ, ਇਹਦਾ ਵਿਸਥਾਰ ਬੜਾ ਜ਼ਰੂਰੀ ਹੈ। ਜਿਵੇਂ ਆਪਾਂ ਕਹਿ ਦਈਏ ਵੀ ਸੰਤੋਖ ਵੀ 2 ਤਰ੍ਹਾਂ ਦਾ ਹੈ, ਕੀ ਪੱਲੇ ਪਿਆ, ਕੁਝ ਵੀ ਨਹੀਂ। ਜੇ ਉਹਦੀ ਵਿਆਖਿਆ ਵਿੱਚ ਜਾਂਦੇ ਆ ਫਿਰ ਜਾ ਕੇ ਸਮਝ ਆਉਂਦੀ ਹੈ। ਕਈਆਂ ਦਾ ਸੰਤੋਖ ਮਜਬੂਰੀ ਹੈ ਵੀ ਜਦੋਂ ਪੱਲੇ ਹੈ ਹੀ ਕੁਝ ਨਹੀਂ। ਹੁਣ ਇੱਕ ਮੇਰੇ ਵਰਗਾ ਬੰਦਾ ਕਵੇ ਜੀ ਮੈਂ ਤੇ ਵੰਨ ਸੁਵੰਨੇ ਕੱਪੜੇ ਪਾਉਂਦਾ ਹੀ ਨਹੀਂ। ਹੁਣ ਜਿਹਦੇ ਕੋਲੇ ਸਿਰਫ ਇੱਕ ਕੁੜਤਾ ਪਜਾਮਾ ਹੈ ਉਹ ਕਵੇ ਜੀ ਮੈਂ ਤੇ ਪੈਂਟ ਕੋਟ ਨਹੀਂ ਪਾਉਂਦਾ ਜੀ, ਮੈਂ ਤੇ ਟਾਈ ਨਹੀਂ ਲਾਉਂਦਾ ਜੀ, ਮੈਂ ਤੇ ਬੂਟ ਸੂਟ ਨਹੀਂ ਪਾਉਂਦਾ ਜੀ। ਇਹਦਾ ਇੱਕ ਮੁਹਾਵਰਾ ਹੈ ਕਿ ਅਸੀਂ ਇਹ ਕਹੀਏ ਕਿ ਹੱਥ ਨਹੀਂ ਪਹੁੰਚਦਾ ਤੇ ਅੰਗੂਰ ਖੱਟੇ ਨੇ। ਦਸ ਬਹੁਤ ਵਾਰੀ ਮਸ਼ਕੀਨ ਸਾਹਿਬ ਜੀ ਦੀ ਗੱਲ ਆਪ ਜੀ ਨਾਲ ਸਾਂਝੀ ਕਰਦਾ ਵੀ ਸ਼ਰੀਫ ਉਹ ਹੈ ਜਿਹਨੇ ਗਲਤੀ ਨਹੀਂ ਕੀਤੀ। ਉਹ ਸ਼ਰੀਫ ਨਹੀਂ ਹੈ ਜਿਹਨੂੰ ਮੌਕਾ ਨਹੀਂ ਮਿਲਿਆ, ਜਿਹਨੂੰ ਅਵਸਰ ਹੀ ਨਹੀਂ ਮਿਲਿਆ ਪਾਪ ਕਰਨ ਦਾ। ਉਹ ਸ਼ਰੀਫ ਕਾਹਦਾ ਹੈ? ਸ਼ਰੀਫ ਤੇ ਉਹ ਕਿ ਜਿਹਨੂੰ ਮੌਕਾ ਵੀ ਮਿਲਿਆ ਪਰ ਉਹਨੇ ਫਿਰ ਵੀ ਕੋਈ ਗਲਤੀ ਨਹੀਂ ਕੀਤੀ ਭਾਈ। ਸੋ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਰਾਜੇ ਸ਼ਿਵਨਾਭ ਨੂੰ ਸਮਝਾਉਂਦੇ ਨੇ। ਹਾਂਜੀ, ਪ੍ਰਥਮਹਿ ਜਮ ਮਨ ਰਾਖਣ ਨੀਵਾ, ਨਿਜ ਗੁਣ ਤੇ ਨਿਰਮਾਣ ਸਦੀਵਾ। ਅਸ਼ਟ ਅੰਗ ਤਿਹ ਭਾਖਤ ਗ੍ਰੰਥ, ਦੂਜਾ ਭਗਤ ਜੋਗ ਕੇ ਪੰਥ। ਹੁਣ ਇਹਦੇ ਵਿੱਚ ਜਿਹੜਾ ਪਹਿਲਾ ਹੈ ਪ੍ਰਥਮੇ ਜਮ ਮਨ ਰਾਖਣ ਨੀਵਾ, ਪਹਿਲਾ ਉਪਦੇਸ਼ ਇਹ ਹੈ ਆਪਣੇ ਮਨ ਨੂੰ ਨੀਵਾਂ ਰੱਖਣਾ, ਜਿਹਨੂੰ ਆਪਾਂ ਕਹਿੰਦੇ ਨਿਮਰਤਾ। ਸਾਡੀ ਅਰਦਾਸ ਵੀ ਇਹੀ ਹੈ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਖੋ ਉਲਟ ਗਿਆ, ਮਤ ਇੰਨੀ ਨੀਵੀਂ ਹੈ ਕਿ ਆਪਾਂ ਸਾਰੇ ਮਾੜੇ ਕੰਮ ਕਰੀ ਜਾਂਦੇ ਹਾਂ। ਮਨ ਇੰਨਾ ਉੱਚਾ ਹੈ ਵੀ ਹੰਕਾਰੀ ਹੈ, ਕਿਸੇ ਨੂੰ ਪੱਲੇ ਬੰਨਣ ਲਈ ਤਿਆਰ ਨਹੀਂ। ਚਾਹੀਦਾ ਸੀ ਉਲਟ, ਚਾਹੀਦਾ ਇਹ ਸੀ ਕਿ ਮਨ ਨੀਵਾਂ ਮਤ ਉੱਚੀ। ਹੋ ਕੀ ਗਿਆ? ਮਤ ਨੀਵੀਂ ਮਨ ਉੱਚਾ। ਫਿਰਦੇ ਆ ਹੰਕਾਰੀ ਬਣ ਕੇ। ਅਕਲ ਇੱਕ ਪੈਸੇ ਦੀ ਨਹੀਂ ਸਾਨੂੰ, ਬੁੱਧੀ ਸਾਡੇ ਕੋਲ ਕੋਈ ਨਹੀਂ, ਸੁਰਤ ਸਾਡੇ ਕੋਲ ਕੋਈ ਨਹੀਂ, ਅਕਲ ਸਾਡੇ ਕੋਲ ਕੋਈ ਨਹੀਂ, ਮਤ ਸਾਡੇ ਕੋਲ ਕੋਈ ਨਹੀਂ, ਚੱਜ ਆਚਾਰ ਸਾਡੇ ਕੋਲ ਕੋਈ ਨਹੀਂ, ਤੇ ਹੰਕਾਰ ਬਹੁਤ ਹੈ। ਇਹ ਲਿਖਿਆ ਸਤਿਗੁਰੂ ਦੀ ਬਾਣੀ ਵਿੱਚ, ਗੱਲੀਂ ਅਸੀਂ ਚੰਗੀਆਂ, ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਮਨੋ ਕਸ਼ੁੱਧਾਂ ਕਾਲੀਆਂ, ਮਨ ਕਰਕੇ ਅਸੀਂ ਕਾਲੇ ਹਾਂ, ਬਾਹਰੋਂ ਚਿੱਟਵੀਆਂ, ਬਾਹਰੋਂ ਚਿੱਟੇ ਕੱਪੜੇ ਪਾਏ ਹੋਏ ਨੇ। ਰੀਸਾਂ ਕਰੇ ਤੇ ਨਾੜੀਆਂ ਜੋ ਸੇਵੇਂ ਦਰ ਖੜੀਆਂ। ਰੀਸ ਉਹਨਾਂ ਦੀ ਕਰਦੇ ਆ ਜਿਹੜੇ ਗੁਰੂ ਦੇ ਸਨਮੁਖ ਹੋ ਕੇ ਰੱਬ ਨੂੰ ਸਿਮਰਦੇ ਨੇ।
ਰੀਸ ਉਹਨਾਂ ਦੀ ਹੈ। ਇਹਨੂੰ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਜਿਹੜਾ ਐਸੀ ਕਰਨੀ ਵਾਲਾ ਮਨੁੱਖ ਹੁੰਦਾ ਸੀ ਉਹਦੇ ਬਾਰੇ ਇੱਕ ਮੁਹਾਵਰਾ ਸੀ ਕਿ ਗੱਲੀਂ ਬਾਤੀਂ ਮੈਂ ਚੰਗੀ, ਵੀ ਜੇ ਗੱਲਾਂ ਬਾਤਾਂ ਦੀ ਗੱਲ ਕਰੋ ਤੇ ਮੈਂ ਸਾਰਿਆਂ ਤੋਂ ਚੰਗਾ ਹਾਂ ਭਾਈ, ਪਰ ਕਰਤੂਤੀ ਵੱਡੀ ਜਠਾਣੀ। ਪਰ ਜੇ ਕੰਮ ਚ ਦੀ ਗੱਲ ਕਰੋ ਵੀ ਸਬਜ਼ੀ ਕਿਹਨੂੰ ਬਣਾਉਣੀ ਆਉਂਦੀ ਹੈ, ਰੋਟੀਆਂ ਵਧੀਆ ਕਿਹਨੂੰ ਪਕਾਉਣੀਆਂ ਆਉਂਦੀਆਂ ਨੇ, ਖੀਰ ਕਿਹਨੂੰ ਬਣਾਉਣੀ ਆਉਂਦੀ ਹੈ, ਘਰ ਦੇ ਵਿੱਚ ਬਾਕੀ ਪਕਵਾਨ ਪਕਾਉਣੇ ਕਿਹਨੂੰ ਆਉਂਦੇ ਨੇ, ਕਹਿੰਦੇ ਜੀ ਰੋਟੀ ਪਾਣੀ ਤੇ ਮੇਰੀ ਜਠਾਣੀ ਵਧੀਆ ਬਣਾਉਂਦੀ ਹੈ, ਤੇ ਗੱਲਾਂ ਬਾਤਾਂ ਕਹਿੰਦੇ ਜੀ ਮੈਂ ਸੋਹਣੀਆਂ ਕਰਦੀ ਹਾਂ। ਪਹਿਲਾ ਉਪਦੇਸ਼ ਇਹ ਹੈ ਕਿ ਯਮ ਮਨ ਰਾਖਣ ਨੀਵਾ, ਨਿਜ ਗੁਣ ਤੇ ਨਿਰਮਾਣ ਸਦੀਵਾ। ਕਰਨਾ ਕੀ ਹੈ, ਨਿਜ ਗੁਣ ਤੇ ਹਮੇਸ਼ਾ ਆਪਣੇ ਮਨ ਨੂੰ ਹੰਕਾਰ ਤੋਂ ਰਹਿਤ ਰੱਖਣਾ ਹੈ। ਹੁਣ ਤੁਹਾਡੀ ਇੱਜ਼ਤ ਹੰਕਾਰ ਕਰਕੇ ਨਹੀਂ ਹੈ, ਤੁਹਾਡੀ ਇੱਜ਼ਤ ਤੁਹਾਡੇ ਗੁਣਾਂ ਕਰਕੇ ਹੈ। ਹੁਣ ਤੁਹਾਡੇ ਇਲਾਕੇ ਵਿੱਚ ਇੱਕ ਮਿਸਤਰੀ ਹੈ, ਉਹ ਲੱਕੜ ਦਾ ਬੜਾ ਸਿਆਣਾ ਹੈ। ਇੱਕ ਮਿਸਤਰੀ ਹੈ ਉਹ ਚਨਾਈ ਦਾ ਬੜਾ ਸਿਆਣਾ ਹੈ। ਇੱਕ ਮਿਸਤਰੀ ਹੈ ਉਹ ਪੱਥਰ ਦਾ ਬੜਾ ਸਿਆਣਾ ਹੈ। ਇੱਕ ਤੁਹਾਡੇ ਇਲਾਕੇ ਵਿੱਚ ਆਦਮੀ ਹੈ, ਉਹਦੀ ਜਲੇਬੀਆਂ ਪਕਾਉਣ ਵਿੱਚ, ਪਕੌੜੇ ਕੱਢਣ ਵਿੱਚ, ਉਹਦੇ ਇਹੋ ਜਿਹੇ ਪਕਵਾਨ ਵਿੱਚ ਬੜੀ ਮੁਹਾਰਤ ਹੈ, ਸਾਰੀ ਦੁਨੀਆ ਉਹਦੀ ਸ਼ੋਭਾ ਕਰਦੀ ਹੈ। ਕੋਈ ਟੇਲਰ ਬੜਾ ਸਿਆਣਾ ਹੈ, ਕੋਈ ਡਰਾਈਵਰ ਬੜਾ ਸਿਆਣਾ ਹੈ। ਮੈਂ ਤਾਂ ਦਿੱਲੀ 'ਚ ਵੇਖ ਕੇ ਹੈਰਾਨ ਹੋ ਗਿਆ, 40-40, 50-50 ਹਜ਼ਾਰ, 30-30, 35-35 ਹਜ਼ਾਰ ਰੁਪਈਆ ਡਰਾਈਵਰ ਪ੍ਰਾਈਵੇਟ ਬੰਦਿਆਂ ਤੋਂ ਤਨਖਾਹ ਲਈ ਜਾਂਦੇ ਨੇ। ਪੁੱਛਿਆ ਜੀ ਡਰਾਈਵਰ ਤੇ 10,000 ਦਾ ਮਿਲ ਜਾਂਦਾ ਹੈ, ਪਰ ਕਹਿੰਦੇ ਗਿਆਨੀ ਜੀ ਗੱਡੀ ਵੀ ਤੇ 6 ਮਹੀਨਿਆਂ ਵਿੱਚ 2 ਵਾਰੀ ਤੋੜਦਾ ਹੈ। ਅਸੀਂ ਕਰੋੜ 1.5 ਕਰੋੜ ਦੀ ਗੱਡੀ ਦੇਣੀ ਹੈ, ਅਸੀਂ 15,000 ਦੇ ਡਰਾਈਵਰ ਨੂੰ ਗੱਡੀ ਨਹੀਂ ਫੜਾ ਸਕਦੇ। ਗੱਡੀ ਵੀ ਮਾਰੇਗਾ, ਸਾਨੂੰ ਵੀ ਮਾਰੇਗਾ। ਹੁਣ ਇਹ ਗੱਲ ਜ਼ਿੰਦਗੀ ਵਿੱਚ ਸਮਝਣ ਦੀ ਲੋੜ ਹੈ। ਸਵਾਲ ਇਹ ਹੈ ਕਿ ਹੰਕਾਰ ਕਰਕੇ ਵੱਡੇ ਨਹੀਂ ਹੋਣਾ, ਤੁਸੀਂ ਆਪਣੇ ਗੁਨਾਹ ਕਰਕੇ ਵੱਡੇ ਹੋਣਾ। ਕੋਈ ਗੱਲ ਤੇ ਸਾਬਤ ਕਰੋ। ਤੁਹਾਨੂੰ ਲਿਖਣਾ ਵਧੀਆ ਆਉਂਦਾ ਹੋਵੇ, ਤੁਹਾਨੂੰ ਪੜ੍ਹਨਾ ਬੜਾ ਵਧੀਆ ਆਉਂਦਾ ਹੋਵੇ, ਤੁਸੀਂ ਬੋਲਣਾ ਬੜਾ ਵਧੀਆ ਜਾਣਦੇ ਹੋਵੋ, ਤੇ ਤੁਹਾਨੂੰ ਟੀਵੀ ਵਾਲੇ ਰੇਡੀਓ ਵਾਲੇ ਚੁੱਕ ਕੇ ਲੈ ਜਾਂਦੇ ਨੇ। ਤੁਹਾਨੂੰ ਗਾਉਣਾ ਬੜਾ ਵਧੀਆ ਆਉਂਦਾ ਹੋਵੇ ਤੇ ਤਾਂ ਤੁਹਾਨੂੰ ਦੁਨੀਆ ਚੁੱਕ ਕੇ ਲੈ ਜਾਏਗੀ ਭਾਈ। ਪਰ ਜੇ ਤੁਹਾਨੂੰ ਕੁਝ ਆਉਂਦਾ ਹੀ ਨਹੀਂ ਤੇ ਕੇਵਲ ਹੰਕਾਰ ਚੁੱਕ ਕੇ ਤੁਰੇ ਫਿਰਨਾ ਨਹੀਂ, ਇਹ ਉਪਦੇਸ਼ ਨਹੀਂ। ਉਪਦੇਸ਼ ਇਹ ਹੈ ਕਿ ਮਨ ਨੀਵਾਂ ਰੱਖਣਾ ਹੈ। ਗੁਣ ਹੁੰਦਿਆਂ ਅਹੰਕਾਰੀ ਨਹੀਂ ਬਣਨਾ, ਮੈਂ ਦਾ ਦਾਵਾ ਨਹੀਂ ਕਰਨਾ। ਹਾਂਜੀ। ਦੂਜੋ ਨੇਮ ਜਾਏ ਸਤ ਸੰਗਤ, ਕਥਾ ਕੀਰਤਨ ਸੁਣ ਮੇਲ ਪੰਗਤ। ਇਹਦਾ ਦੂਜਾ ਨੇਮ ਹੈ ਕਿ ਸੰਗਤ ਵਿੱਚ ਜਾਣਾ, ਉੱਥੇ ਜਾ ਕੇ ਕਥਾ ਤੇ ਕੀਰਤਨ ਨੂੰ ਸੁਣਨਾ। ਪਹਿਲਾ ਕੀ ਹੈ, ਮਨ ਨੀਵਾਂ ਰੱਖਣਾ। ਇਹ ਭਗਤ ਯੋਗ ਹੈ। ਕਸ਼ਟ ਯੋਗ ਤੇ ਆਪਾਂ ਸੁਣ ਲਿਆ, ਤਪ ਕਰੋ ਜੀ, ਬੜਾ ਔਖਾ ਤਪ ਕਰਨਾ। ਤਪ ਕਰਨ ਲਈ 3 ਕੰਮ ਕਰਨੇ ਪੈਣਗੇ, ਜਾਂ ਤੇ ਭੁੱਖਾ ਰਹਿਣਾ ਪਵੇਗਾ, ਜਾਂ ਆਪਣੇ ਆਲੇ ਦੁਆਲੇ ਅਗਨੀ ਦੀਆਂ ਧੂਣੀਆਂ ਤਾਉਣੀਆਂ ਪੈਣਗੀਆਂ, ਜਾਂ ਤੁਹਾਨੂੰ ਕਿਤੇ ਪਾਣੀ ਵਿੱਚ ਖੜੇ ਹੋਣਾ ਪਵੇਗਾ। ਚਲੋ ਗਰਮੀਆਂ 'ਚ ਤੇ ਖੜੇ ਹੋ ਜਾਓਗੇ, ਸਰਦੀਆਂ 'ਚ ਕੀ ਬਣੇਗਾ? ਇਹ ਤਾਂ ਨਹੀਂ ਨਾ ਵੀ ਤੁਹਾਡੀ ਸੀਜ਼ਨਲ ਭਗਤੀ ਹੈ ਜੀ, ਵੀ ਗਰਮੀ 'ਚ ਕਰ ਲਓ, ਸਰਦੀ 'ਚ ਰਹਿਣ ਦਿਓ। ਨੇਮ ਜਿਹੜਾ ਹੈ ਉਹ ਤੁਹਾਡਾ ਰੋਜ਼ ਦਾ ਹੈ। ਤੇ ਉਹ ਕੀ ਹੈ? ਪਹਿਲਾ ਮਨ ਨੀਵਾਂ ਰੱਖੋ, ਦੂਜਾ ਆਪਣੇ ਵਿੱਚ ਗੁਣ ਹਾਸਲ ਕਰੋ, ਹੰਕਾਰ ਤੋਂ ਬਚੋ, ਰੋਜ਼ ਸੰਗਤ ਵਿੱਚ ਜਾਣਾ ਹੈ, ਸੰਗਤ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ ਹੈ। ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ ਵੀ ਜੇ ਗੁਰਦੁਆਰੇ ਆ ਵੀ ਗਏ ਤੇ ਆਪਣਾ ਮੋਬਾਈਲ ਖੋਲ੍ਹਿਆ ਤੇ ਬਹਿ ਗਏ,
ਪੁੱਛੋ ਕੀ ਕਰਦੇ ਹੋ ਜੀ? ਪਾਠ ਕਰਦੇ ਆ। ਪੁੱਛੋ ਘਰ ਜਾ ਕੇ ਕੀ ਕਰੋਗੇ? ਘਰ ਜਾ ਕੇ ਕਰ ਲਿਓ। ਘਰ ਜਾ ਕੇ ਕਥਾ ਤੇ ਮਿਲੇਗੀ ਨਹੀਂ ਤੁਹਾਨੂੰ, ਨਾ ਤੁਹਾਨੂੰ ਕੀਰਤਨ ਮਿਲੇਗਾ। ਜਿਹੜਾ ਕੰਮ ਸਕੂਲ ਦਾ ਸੀ ਉਹਨੂੰ ਸਕੂਲ ਵਿੱਚ ਕਰੋ, ਜਿਹੜਾ ਕੰਮ ਤੁਹਾਡੇ ਘਰ ਦਾ ਉਹਨੂੰ ਜਾ ਕੇ ਘਰ ਕਰ ਲਓ ਭਾਈ। ਪਾਠ ਤੁਸੀਂ ਘਰ ਬੈਠ ਕੇ ਵੀ ਕਰ ਸਕਦੇ, ਤੁਹਾਡਾ ਐਡਵਿਜ਼ਨਲ ਹੈ, ਪਰ ਕਥਾ ਕੀਰਤਨ ਇਹ ਤੁਹਾਡੀ ਸੰਗਤੀ ਹੈ ਭਾਈ। ਵੈਸੇ ਵੀ ਆਪ ਜੀ ਧਿਆਨ ਕਰਿਓ ਜੀ, ਜੋ ਆਨੰਦ ਸੰਗਤ ਵਿੱਚ ਬੈਠ ਕੇ ਭਗਤੀ ਦਾ ਰੰਗ ਚੜ੍ਹਦਾ ਹੈ, ਇਹਦਾ ਕੋਈ ਦੂਸਰਾ ਬਦਲ ਨਹੀਂ ਹੈ। ਦੂਜਾ ਉਪਦੇਸ਼ ਹੈ, ਸੰਗਤ ਵਿੱਚ ਆਓ ਤੇ ਪੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣੋ। ਹਾਂਜੀ। ਪੜਨ ਸ਼ਕਤ ਜੇ ਹੋਵਈ, ਪੜੈ ਨੇਮ ਕਰ ਸੋਏ। ਜੇ ਤੁਹਾਡੇ ਵਿੱਚ ਪੜਨ ਦੀ ਸ਼ਕਤੀ ਹੋਵੇ ਤਾਂ ਇਹ ਪਤਾ ਕਿਉਂ ਲਿਖਿਆ ਗੁਰੂ ਜੀ ਨੇ? ਕਿਉਂਕਿ ਇਹ ਗੱਲ 550 ਸਾਲ ਪੁਰਾਣੀ ਹੈ। ਉਦੋਂ ਪੜ੍ਹਾਈ ਲਿਖਾਈ ਕਿੱਥੇ ਹੁੰਦੀ ਸੀ? ਮੈਂ ਖੁਦ ਲੋਕਾਂ ਦੇ ਘਰ ਦੀਆਂ ਨੇਮ ਪਲੇਟਾਂ ਵੇਖੀਆਂ ਨੇ। ਨੇਮ ਪਲੇਟ ਦੇ ਬਾਹਰ ਲਿਖਿਆ ਹੁੰਦਾ ਸੀ ਗਿਆਨੀ। ਇੱਕ ਤੇ ਗਿਆਨੀ ਸਾਨੂੰ ਕਹਿੰਦੇ ਨੇ ਨਾ, ਰਾਗੀਆਂ ਨੂੰ, ਗ੍ਰੰਥੀਆਂ ਨੂੰ, ਪ੍ਰਚਾਰਕਾਂ ਨੂੰ, ਢਾਡੀਆਂ ਨੂੰ, ਕਵੀਆਂ ਨੂੰ। ਇੱਕ ਗਿਆਨੀ, ਇੱਕ ਕੋਰਸ ਹੁੰਦਾ ਸੀ। ਪੰਜਾਬੀ ਟੀਚਰ ਲੱਗਣ ਵਾਸਤੇ ਗਿਆਨੀ ਦੀ ਪੜ੍ਹਾਈ ਕਰਨੀ ਪੈਂਦੀ ਸੀ, ਜਿਵੇਂ ਆਮ ਟੀਚਰ ਲੱਗਣ ਵਾਸਤੇ JBT ਕਰਨੀ ਹੁੰਦੀ ਸੀ। ਇਹ ਪ੍ਰਭਾਕਰ, ਸੁਧਾਕਰ ਪੜ੍ਹ ਕੇ ਲੋਕ, ਬੱਚੇ ਹਿੰਦੀ ਦੇ ਟੀਚਰ ਬਣ ਜਾਂਦੇ ਸੀ। ਕੋਈ ਪੰਜਾਬੀ ਦਾ ਟੀਚਰ, ਉਹਨੇ ਗਿਆਨੀ ਕਰ ਲਈ। ਆਪਣੇ ਘਰ ਦੇ ਬਾਹਰ ਜਿਹੜੀ ਨੇਮ ਪਲੇਟ ਹੈ, ਲੋਕ ਉਹਦੇ ਤੇ ਲਿਖਦੇ ਹੁੰਦੇ ਸੀ BA, LLB, MA। ਤੇ ਹੁਣ ਜਦੋਂ ਦੀਆਂ ਮਾਸਟਰ ਡਿਗਰੀਆਂ ਆਈਆਂ ਨੇ, ਕਦੇ ਕਿਸੇ ਦੀ ਨੇਮ ਪਲੇਟ ਤੇ ਤੁਸੀਂ ਪੜ੍ਹਿਆ? ਕਦੇ। ਹੁਣ ਕੀ BA ਵਾਲਾ ਕੀ ਲਿਖੇਗਾ? ਬੱਚੇ, ਆਮ ਬੱਚੇ ਤੇ MBA ਕਰੀ ਫਿਰਦੇ ਨੇ। ਕਦੇ ਬੜੀ ਵੱਡੀ ਪੜ੍ਹਾਈ ਹੁੰਦੀ ਸੀ, PhD। ਪਰ ਅੱਜ ਤੇ ਲੋਕ ਉਸ ਤੋਂ ਬਹੁਤ ਅੱਗੇ ਚਲੇ ਗਏ। MPhil ਹੁੰਦੀ ਸੀ, PhD ਹੁੰਦੀ ਸੀ, MA ਹੁੰਦੀ ਸੀ, BA ਹੁੰਦੀ ਸੀ। ਲੋਕ ਆਪਣੇ ਵਿਜ਼ਿਟਿੰਗ ਕਾਰਡ ਦੇ ਨਾਲ ਆਪਣੀ ਐਜੂਕੇਸ਼ਨ ਲਿਖਦੇ ਸੀ। ਇਹ ਗੱਲਾਂ 40-50 ਸਾਲ ਪੁਰਾਣੀਆਂ ਨੇ, ਪਰ ਜਦੋਂ ਤੁਸੀਂ 550 ਸਾਲ ਪਿੱਛੇ ਜਾਓਗੇ, ਇਹਦਾ ਅਰਥ ਹੈ ਕਿ ਉਸ ਵੇਲੇ ਹਰ ਬੰਦੇ ਨੂੰ ਲਿਖਣਾ ਤੇ ਪੜ੍ਹਨਾ ਨਹੀਂ ਸੀ ਆਉਂਦਾ। ਇਹ ਵੀ ਇੱਕ ਭਗਤੀ ਹੈ ਕਿ ਪੜਨ ਸ਼ਕਤ ਜੇ ਹੋਵਈ, ਪੜੇ ਨੇਮ ਕਰ ਸੋਏ। ਅਗਰ ਤੁਸੀਂ ਬਾਣੀ ਪੜ੍ਹ ਸਕਦੇ ਹੋ ਤੇ ਬਾਣੀ ਤੁਹਾਨੂੰ ਰੋਜ਼ ਬੈਠ ਕੇ ਰੋਜ਼ ਪੜ੍ਹਨੀ ਚਾਹੀਦੀ ਹੈ। ਅਗਰ ਰੱਬ ਨੇ ਤੁਹਾਨੂੰ ਪੜ੍ਹਨ ਦੀ ਦਾਤ ਦਿੱਤੀ ਹੈ ਤਾਂ ਰੋਜ਼ ਪਾਠ ਕਰੋ ਭਾਈ। ਹਾਂਜੀ। ਸੁਣਨ ਸ਼ਕਤ ਜੇ ਹੋਵਈ, ਸੁਣੈ ਸੋ ਇੱਕ ਮਨ ਹੋਏ। ਹੁਣ ਇੱਕ ਬੰਦਾ ਕਹਿੰਦਾ ਜੀ ਮੈਨੂੰ ਤੇ ਪੜ੍ਹਨਾ ਨਹੀਂ ਆਉਂਦਾ। ਜਿਵੇਂ ਅੱਜ ਬੱਚਿਆਂ ਕੋਲ ਇੱਕ ਬਹਾਨਾ ਹੈ। ਅੱਗੇ ਹੁੰਦੇ ਸੀ ਲੋਕ ਪੜ੍ਹੇ ਲਿਖੇ ਨਹੀਂ ਸੀ ਹੁੰਦੇ। ਹੁਣ ਕੀ ਹੈ ਵੀ ਪੜ੍ਹੇ ਲਿਖੇ ਤੇ ਹੈਗੇ ਨੇ, ਪਰ ਕਨਵੈਂਟ ਸਕੂਲਾਂ ਦੇ ਪੜ੍ਹੇ ਨੇ, ਪਬਲਿਕ ਸਕੂਲਾਂ ਦੇ ਪੜ੍ਹੇ ਨੇ। ਨਤੀਜਾ ਕੀ ਨਿਕਲਿਆ? ਪੰਜਾਬੀ ਆਉਂਦੀ ਨਹੀਂ। ਹੁਣ ਇੱਥੇ ਗੁਰੂ ਸਾਹਿਬ ਕਹਿਣ ਲੱਗੇ ਵੀ ਭਾਈ ਜੇ ਤੁਹਾਡੇ ਕੋਲੇ ਪੜ੍ਹਨ ਦੀ ਸ਼ਕਤੀ ਹੈ ਤਾਂ ਪੜ੍ਹੋ। ਹੁਣ ਤੁਸੀਂ ਕਹੋ ਜੀ ਮੈਨੂੰ ਪੜ੍ਹਨਾ ਨਹੀਂ ਆਉਂਦਾ, ਤੇ ਅਗਲੀ ਗੱਲ ਹੈ ਵੀ ਸੁਣਨਾ ਆਉਂਦਾ ਕਿ ਉਹ ਵੀ ਨਹੀਂ ਆਉਂਦਾ। ਜੇ ਸੁਣਨ ਦੀ ਸ਼ਕਤੀ ਹੈ ਤੇ ਇਕਾਗਰ ਚਿੱਤ ਹੋ ਕੇ ਸੁਣੋ। ਹੁਣ ਵੀ ਥੋੜਾ ਚਿਰ ਪਹਿਲਾਂ ਅਸੀਂ ਆਪਸ ਵਿੱਚ ਗੱਲ ਕਰ ਰਹੇ ਸੀ ਵੀ ਜਦੋਂ ਅੱਜ ਸਕੂਲ ਦੇ ਵਿੱਚ ਬੱਚੇ ਦੀ ਐਡਮਿਸ਼ਨ ਹੁੰਦੀ ਹੈ, ਬੱਚੇ ਦੀ ਤੇ ਬੱਚੇ ਦੇ ਮਾਪਿਓ ਦੀ ਇੰਟਰਵਿਊ ਲਈ ਜਾਂਦੀ ਹੈ। ਹੁਣ ਕਦੋਂ ਸੋ ਕਿੱਡੀ ਵੱਡੀ ਬੇਵਕੂਫੀ ਹੈ ਵੀ ਜੇ ਬੱਚਾ ਪੜ੍ਹਿਆ ਲਿਖਿਆ ਹੋਵੇ ਤੇ ਭਲਾ ਮਾਪਿਓ ਸਕੂਲ ਵਿੱਚ ਕਿਉਂ ਲੈ ਕੇ ਆਉਣ? ਕਾਹਦੀ ਇੰਟਰਵਿਊ ਲੈ ਰਹੇ ਆ ਤੁਸੀਂ? ਪਤਾ ਉਹਨਾਂ ਦੀ ਬੇਵਕੂਫੀ ਨਹੀਂ ਹੈ, ਉਹਨਾਂ ਦੀ ਬੜੀ ਵੱਡੀ ਅਕਲਮੰਦੀ ਹੈ ਕਿ ਜੇ ਅਸੀਂ ਬੱਚੇ ਨੂੰ ਪੜ੍ਹਾਉਣਾ ਚਾਹੀਏ ਤੇ ਕੀ ਬੱਚੇ ਨੂੰ
जे कहिए बच्चे नूं पढ़ तो पढ़ सकता है, भावे नूं बोलना आउंदा है। उन्हां ना होवे भी मेरे वर्गा घोड़े नूं कहंदा सी घोड़ा, वो कच्चा सीगा, तो हुण उहनूं कोई कहे भी कह घोड़ा, वो कहे घोड़ा, वो फिर साडा ही टीचर हुंदा सी पढ़ाउण वाला, असीं उहनूं खुद ही खिजाई जाना, मास्टर जी आ की है, तो उन्हें कहना घोड़ा, तो जे असीं अगों कहना नहीं मैं भावें घोड़ा कहां तुसीं घोड़ा ही कहना है। हुण मैनूं तो उहदी सांग भी नहीं पूरी लाउणी आ रही भी वो घोड़े नूं घोड़ा किवें कहंदा सी, उड़ाड़ा नहीं सी बोल सकदा। अगर तुसी पढ़ना नहीं जानते तो सुनना तो जानते हो। उस स्कूल वाले सिर्फ इन्नी इंटरव्यू लैंदे ने भी जे बच्चे नूं पढ़ाइए तो पढ़ लवेगा, जे बच्चे नूं समझाइए तो समझ लवेगा, जे बच्चे नूं कुछ कहीए तो बच्चा सुन लवेगा। चलो जे बच्चा नहीं तो ये माँ प्यो की इंटरव्यू लै लो, जो अंडरस्टैंड करनगे को भी नहीं करनगे। कल नूं ये ना भी बच्चे की एडमिशन तो बाद ना बच्चा सुने तो ना बच्चे का माँ प्यो सुने। सानू भजन का रस्ता नहीं दिता गुरु साहब ने भगत जोग विच। सतगुरु कहते ने भाई मन नीवा रखो, अपने विच गुण धारण करो, रोज़ संगत विच आउणा है, रोज़ कथा कीर्तन सुनना है। जे पढ़ सकते हो तो गुरबाणी रोज़ पढ़नी है, जे नहीं पढ़ सकते सुनने की शक्ति है, रब ने कन दिते ने, तो फिर सुनन शक्त जे होवे ही सुने सो एक मन होए। फिर सुनन लग्या ये ना होवे कि जिवें अजकल न्याणे वेखे तुसी, न्याणिਆਂ कोले ना फोन 2-3 हुंदे ने पर कई बारी हैडफोन एक ही हुंदा है। तो फिर की करते हैं, हैडफोन की एक साइड जिहड़ी है वो एक बच्चा कन चला लेंदा, दूजा बच्चा कन चला लेंदा है। हुण दसो किसी की गल सुनेगी उन्होंने? अज बहुत सारे एक्सीडेंट इस करके होंदे ने, बड़े सारे गड्डियां दे टायर पैंचर हो जाते हैं, फट जाते हैं, मतलब ईवन अग लग जाती है तो भी ड्राइवर को नहीं पता, क्योंकि अंदर वो म्यूजिक के वाजे वजते जाते हैं। वो ऐसे छणकने छणकाने असी अंदर कि सानू अपने नहीं पता भी साडी गड्डी का टायर भी फट गया। कदों वो फट के टायर वज के उन्होंने अग भी लग गई है। फिर कोई सियाणा आदमी गड्डी भजा के अगे जाके हुंदा, वो मूर्खो बा पिछे वेखो की होया। सुनना भी एक कला है। जपजी साहब दे विच सुने दियां 4 पौड़ियां ने। सुने सिद्ध पीर सुरनाथ, सुने धरत धवल आकाश, सुने दीप लो पताल, सुने पो न सके काल, नानक भगता सदा विगास, सुने दुख पाप का नाश। ये भी एक भगती है। जे बाणी पढ़ सकते हो पढ़ो, जे पढ़ नहीं सकते तो एकाग्र चित होके सुनो। ये ना हो सुन लग्या भी मुड़ के फिर पूछी जाओ भी आ की है जी, क्योंकि जे ध्यान नाल नहीं सुनोगे तो वो अखर तुहाडे तो खुन जाणगे, तुहानूं नहीं गल समझ आवेगी। हाँ जी। तीजो देश एकंत बखानै, सर्ब विखै एक गोबिंद जानै। तीजा है देश इकंत बखानै, सर्ब विखे एक गोबिंद जानै। कष्ट जोग विच की है कि एकांत देश चले जाओ। कष्ट जोग विच है उत्थे जाओ जिथे तुहानूं बंदा नज़र ना आवे। पहाड़ां दीयां कंदरां में चले जाओ, पहाड़ां दीयां चोटियां ते चले जाओ, जंगलों में चले जाओ। ये कष्ट योग है। भगत योग विच की है, देश इकंत बखाने। एकांत देश नहीं, इकंत। इकंत की है कि सारियां नूं रब दा रूप मनो। अज भी तुसी वेखोगे साडे घरां दी हालत यह है कि घर का कुत्ता बैठ के तुहाडे लागे या तुहाडे नाल रोटी खा सकता है, पर तुहाडे नौकर की हिम्मत नहीं है कि तुहाडे ड्राइंग रूम दे विच भुंजे बह के भी रोटी खा लवे, डाइनिंग रूम दे विच भुंजे बैठ के भी रोटी खा लवे। कुत्ता खा सकता है। तो जे आपां फिर भी कहिए जी असीं तां सारिआं नूं रब दा रूप समझदे हो, भाई कुत्तियां बिल्लियां नूं ही समझदे हो, बंदियां नूं नहीं समझदे तुसीं।
ਕੁੱਤੇ ਬਿੱਲੇ ਨੂੰ ਅਸੀਂ ਕੁਛੜ ਚੁੱਕਣ ਲਈ ਵੀ ਤਿਆਰ ਹਾਂ, ਬਿੱਲੀਆਂ ਚੁੱਕ ਕੇ ਤੁਰੇ ਫਿਰਦੇ ਅਸੀਂ। ਪਰ ਕੀ ਤੁਹਾਡੇ ਘਰ ਵਿੱਚ ਜਿਹੜਾ ਨੌਕਰ ਆਉਂਦਾ ਕਿ ਉਹਦੇ ਬੱਚੇ ਨੂੰ ਵੀ ਤੁਸੀਂ ਕੁੱਤੇ ਜਿੰਨੀ ਇੱਜ਼ਤ ਦਿੰਦੇ ਹੋ? ਤੁਹਾਡੇ ਘਰ ਵਿੱਚ ਇੱਕ ਨੌਕਰ ਆ ਗਿਆ, ਨੌਕਰਾਣੀ ਆ ਗਈ। ਮੈਂ ਬੜੀ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਵੀ ਗਰੀਬੀ ਸਿਖਾਉਂਦੀ ਕੀ ਹੈ। ਮੇਰੀ ਸੇਵਾ ਸੀ ਸੀਸਗੰਜ ਸਾਹਿਬ, ਅਮੂਮਨ ਮੈਂ ਸਵੇਰੇ ਚਲ ਜਾਂਦਾ, ਸ਼ਾਮੀ ਆਉਂਦਾ ਸੀ। ਇੱਕ ਦਿਨ ਕਿਤੇ ਮੈਂ ਘਰ ਆਇਆ, 11-12 ਵਜੇ ਹੋਣੇ, ਤੇ ਛੋਟੇ ਜਿਹਾ ਬੱਚਾ ਘਰ, ਸਾਡੀ ਘਰ 'ਚ ਕੰਮ ਕਰਦੀ ਜਿਹੜੀ ਬੀਬੀ ਸੀ ਉਹਦਾ, ਤੁਸੀਂ ਯਕੀਨ ਕਰਨਾ ਉਸ ਬੱਚੇ ਨੇ ਜਿਵੇਂ ਹੀ ਮੈਨੂੰ ਵੇਖਿਆ ਉਹਨੇ ਮੇਰੇ ਦੋਵਾਂ ਪੈਰਾਂ ਤੇ ਹੱਥ ਲਾ ਕੇ ਮੱਥਾ ਟੇਕਿਆ। ਮੈਂ ਵੀ ਉਹਦੇ ਸਿਰ ਤੇ ਇਹਦਾ ਹੱਥ ਰੱਖਤਾ। ਮੈਂ ਅੰਦਰ ਆਇਆ, ਮੈਨੂੰ ਮੇਰੀ ਸਿੰਘਣੀ ਨੇ ਪਾਣੀ ਦਿੱਤਾ ਪੀਣ ਨੂੰ, ਤੇ ਉਹਨੂੰ ਬੱਚੇ ਨੂੰ ਆਵਾਜ਼ ਮਾਰਨ ਲੱਗੀ। ਹੁਣ ਤੇ ਇੱਕ ਦਿਨ ਮੈਂ ਵੇਖਿਆ ਉਹਦਾ ਵਿਆਹ ਹੋ ਗਿਆ, ਕਿਉਂਕਿ ਗੱਲ ਹੋਣੀ 25 ਸਾਲ ਪੁਰਾਣੀ। ਉਹਨੂੰ ਆਵਾਜ਼ ਮਾਰ ਕੇ ਕਹਿੰਦੀ ਹੈ ਕਿ ਉਰੇ ਆ, ਬਾਊ ਜੀ ਆਏ ਹੈ। ਹੁਣ ਉਹ ਹਿੰਦੂ ਗਰੀਬ ਪਰਿਵਾਰ ਦਾ ਬੱਚਾ, ਉਹਨੂੰ ਤੇ ਬਾਊ ਦਾ ਹੀ ਪਤਾ ਸੀ ਨਾ, ਤੇ ਉਹ ਕਹਿੰਦੀ ਹੈ ਵੀ ਮੱਥਾ ਟੇਕ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਇਹਨੇ ਮੱਥਾ ਮੈਨੂੰ ਟੇਕ ਲਿਆ। ਕਹਿੰਦੇ ਆਪਣੀ ਚੰਦਾ ਸੀ ਉਹ ਕੁੜੀ ਦਾ ਨਾਂ, ਜਿਹੜੀ ਕੰਮ ਕਰਦੀ ਸੀ, ਕਹਿੰਦੀ ਉਹਦਾ ਬੇਟਾ ਹੈ। ਫਿਰ ਉਹ 200 ਰੁਪਈਆ ਲਿਆਈ, ਕਹਿੰਦੀ ਮੈਨੂੰ ਇਹਨੂੰ ਦਿਓ ਬੱਚੇ ਨੂੰ। ਉਹ ਗੱਲ ਮੇਰੀ ਜ਼ਿੰਦਗੀ ਦਾ ਇੱਕ ਸਬਕ ਬਣ ਗਈ, ਕਿਉਂਕਿ ਅਸੀਂ ਰੋਜ਼ ਘਰਾਂ 'ਚ ਜਾਂਦੇ ਹਾਂ। ਅਮੀਰਾਂ ਦੇ ਘਰਾਂ ਵਿੱਚ ਜਾਈਏ ਤੇ ਅਮੀਰ ਆਦਮੀ ਆਪਣੇ ਬੱਚੇ ਨੂੰ ਫੜ ਕੇ ਲਿਆਉਂਦਾ ਹੈ, ਕਹਿੰਦੇ ਬੇਟੇ ਬਾਬਾ ਜੀ ਆਏ, ਜੈ ਕਰ। ਵੀ ਜੈ ਉਹਨੇ ਕਦੇ ਕੀਤੀ ਹੋਵੇ ਤੇ ਕਰੇ। ਫਿਰ ਉਹ ਬੱਚੇ ਦੀ ਧੌਣ ਫੜੀ ਹੁੰਦੀ, ਸਾਰੇ ਟੱਬਰ ਨੇ ਧੌਣ ਮਰੋੜ ਕੇ ਕਹਿਣਗੇ ਬੱਚੇ ਨੂੰ ਜੈ ਕਰ। ਉਹ ਅਮੀਰਾਂ ਦਾ ਬੱਚਾ, ਇਹ ਜੈ ਕਿਉਂ ਕਰੇਗਾ? ਗਰੀਬਾਂ ਦਾ ਹੁੰਦਾ ਤੇ ਇਹਨੇ ਆਪੇ ਕਰ ਲੈਣੀ ਸੀ। ਜਿੰਨਾ ਕੁਝ ਗਰੀਬੀ ਸਿਖਾਉਂਦੀ ਹੈ, ਇੰਨਾ ਅਮੀਰੀ ਨਹੀਂ ਜੇ ਸਿਖਾਉਂਦੀ। ਅਧੀਨਗੀ, ਕਿਸੇ ਨਾਲ ਕਿਵੇਂ ਨੇੜੇ ਹੋ ਕੇ ਸਮਾਂ ਪਾਸ ਕਰਨਾ ਹੈ, ਇਹ ਗਰੀਬੀ ਬਚਪਨ 'ਚ ਹੀ ਦੱਸ ਦਿੰਦੀ ਹੈ। ਅਮੀਰੀ ਦੇ ਤੇ ਨਸ਼ੇ ਹੀ ਨਹੀਂ ਮਾਣ ਹੁੰਦੇ। ਗਰੀਬ ਦਾ ਬੱਚਾ ਕਦੇ ਤੁਹਾਡਾ ਨਾਂ ਲੈ ਕੇ ਨਹੀਂ ਬੋਲੇਗਾ, ਅਮੀਰ ਦਾ ਬੱਚਾ ਘਰ ਦੇ 60 ਸਾਲ ਦੇ ਬੁੱਢੇ ਨੂੰ ਵੀ ਰਾਮੂ ਕਹੇਗਾ, ਕਿਉਂਕਿ ਪੈਸਾ ਤੇ ਆ ਗਿਆ, ਲਿਆਕਤ ਘਰੋਂ ਭੱਜ ਗਈ। ਭਗਤ ਜੋਗ ਇਹ ਹੈ ਕਿ ਮਨ ਨੀਵਾਂ ਹੋਣਾ ਚਾਹੀਦਾ, ਗੁਣ ਹੋਣੇ ਚਾਹੀਦੇ ਨੇ, ਹੰਕਾਰ ਨਹੀਂ ਹੋਣਾ ਚਾਹੀਦਾ। ਸਾਡੇ ਕੋਲ ਕੀ ਹੈ? ਗੁਣ ਕੋਈ ਵੀ ਨਹੀਂ। ਜਿਹੜਾ ਕੰਮ ਮਰਜ਼ੀ ਪੁੱਛ ਕੇ ਵੇਖ ਲਓ ਤੁਸੀਂ, ਵੀ ਤੈਨੂੰ ਆਉਂਦਾ ਹੈ? ਕੋਈ ਨਹੀਂ ਆਉਂਦਾ। ਹੰਕਾਰ ਕੋਠੇ ਜਿੰਨਾ। ਭਗਤ ਜੋਗ ਇਹ ਹੈ ਕਿ ਸੰਗਤ ਵਿੱਚ ਆਉਣਾ ਹੈ, ਕਥਾ ਕੀਰਤਨ ਸੁਣਨੀ ਹੈ, ਬਾਣੀ ਪੜ੍ਹਨੀ ਹੈ, ਬਾਣੀ ਨੂੰ ਇਕਾਗਰ ਚਿੱਤ ਹੋ ਕੇ ਸੁਣਨਾ ਹੈ। ਫਿਰ ਤੀਸਰਾ ਕੀ ਹੈ? ਦੇਸ਼ ਇਕੰਤ ਬਖਾਨਾ ਹੈ, ਸਾਰੇ ਦੇਸ਼ ਨੂੰ ਇੱਕ ਕਰਕੇ ਮੰਨਣਾ। ਕੀ ਮੰਨਣਾ ਹੈ? ਸਰਬ ਵਿਖੇ ਇੱਕ ਗੋਬਿੰਦ ਜਾਣੈ, ਕਿ ਸਾਰਿਆਂ ਦੇ ਵਿੱਚ ਇੱਕ ਰੱਬ ਹੈ। ਮੁਸਲਮਾਨਾਂ ਦੇ ਵਿੱਚ ਵੀ ਰੱਬ ਹੈ, ਹਿੰਦੂਆਂ ਵਿੱਚ ਵੀ ਰੱਬ ਹੈ, ਜੈਨੀਆਂ ਬੋਧੀਆਂ ਦੇ ਵਿੱਚ ਵੀ ਰੱਬ ਹੈ, ਸਿੱਖਾਂ ਵਿੱਚ ਵੀ ਰੱਬ ਹੈ। ਇਹ ਮੰਨਣਾ, ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਕਿਸੇ ਸੰਤ ਨੇ ਕਿਹਾ ਹੈ ਕਿ ਭਾਈ ਹਰ ਹਿਰਦੇ ਵਿੱਚ ਰੱਬ ਹੈ, ਬਾਕੀ ਨਹੀਂ ਕਹਿੰਦੇ ਕੋਈ। ਹਾਂਜੀ। ਔਰ ਦੂਸਰਾ ਲਖਈ ਨਾਹੇ, ਏਕੋ ਵਿਆਪਕ ਸਭ ਘਟ ਮਾਹੇ। ਕਦੇ ਨਹੀਂ ਮੰਨਣਾ ਕਿ ਦੂਸਰਾ ਰੱਬ ਹੈ। ਮੰਨ ਲਿਆ ਕਿ ਮੁਸਲਮਾਨਾਂ ਦੇ ਵਿੱਚ ਵੀ ਰੱਬ ਹੈ, ਉਹ ਕਹਿੰਦੇ ਨੇ ਜੀ ਅੱਲਾ ਹੈ, ਠੀਕ ਹੈ, ਤੁਸੀਂ ਉਹਨੂੰ ਅੱਲਾ ਕਹੋ, ਪਰ ਹੈ ਤੇ ਉਹੀ ਹੈ, ਇੱਕੋ ਹੀ ਹੈ। ਕੋਈ ਕਹਿੰਦਾ ਜੀ ਇਹ ਰਾਮ ਹੈ, ਭਾਈ ਤੁਸੀਂ ਰਾਮ ਕਹਿ ਲਓ, ਤਾਂ ਕੀ ਫਰਕ ਪੈਂਦਾ? ਪਰ ਹੈ ਤਾਂ ਉਹ ਇੱਕੋ ਹੀ ਹੈ। ਰੱਬ ਇੱਕੋ ਹੀ ਹੈ। ਉਹਦੇ ਅਸੰਖ ਨਾਮ, ਅਸੰਖ ਥਾਂ। ਉਹਦੇ ਨਾਮ ਵੀ ਬੜੇ ਨੇ, ਉਹਦੀਆਂ ਥਾਵਾਂ ਵੀ ਬੜੀਆਂ ਨੇ, ਪਰ ਜਿੰਨੇ ਨਾਮ ਨੇ, ਜਿੰਨੇ ਥਾਮ ਨੇ, ਰੱਬ ਉਹਨੇ ਨਹੀਂ, ਰੱਬ ਇੱਕੋ ਹੀ ਹੈ। ਜਦੋਂ ਗੁਰੂ ਨਾਨਕ ਦੇ ਘਰ ਆਉਣਾ, ਇਹ ਪਾਠ ਆਪਣੇ ਪੱਲੇ ਬੰਨ੍ਹ ਲੈਣਾ। ਏਕ ਓਂਕਾਰ ਦਾ ਮਤਲਬ ਇਹ ਨਹੀਂ ਹੈ
कि सोने का बना के गल च पा लो, पित्तल का बना के टेबल ते रख लो, लाइटां का बना के बूहे नाल टंग लो ना। एक ओंकार का अर्थ है भी रब एक है तो रब सारियां थावां ते है। गुरु नानक नूं मनण वाले लिए इको ही उपदेश है कि एको है भाई एको है, साहिब मेरा एको है। एको है भाई एको है, साहिब मेरा एको है। ये सब तो वड्डी भगती है कि इको रब मनना। असी किन्ने मन्ने ने? असी हिंदुआं दा राम वखरा मन्निया, मुसलमानां दा अल्लाह वखरा मन्निया, ईसाइयां दा गॉड वखरा मन्निया, अपना वाहिगुरु असी वखरा मन्निया होया। असी सारियां ने रब वंडे होए ने? नहीं, रब इको ही है। ये भगत जोग दा तीसरा उपदेश है कि और दूसरा लख ही नाहे एको व्यापक सब घट माहे। ये भगत जोग है, सब दे विच इको ही रब है। घट घट में हर जू बस है, हर हिरदे विच रब है भाई। हाँ जी। चौथो आसन समझो चित, करे गोबिंद विखै थित बृत। चौथा भगत जोग है आसन। हुण कष्ट जोग दे विच ते बड़े आसन ने, उहदे विच योग दे आसन होर ने, पद्म आसन होर ने। एक लत्त चुको दूजे पट ते रख लो, दूजी लत्त चुको दूजे पैर पट ते रख लो। मैं तो छड्ड दित्ती विचकारों कथा। भगत जोग दा आसन ये है कि समझो चित, करे गोबिंद विखै थित बृत। सवाल ये नहीं कि तुसी गोडे मूधे मारने ने, सवाल ये नहीं कि तुसी चौंकड़ी मारनी है, सवाल ये नहीं कि बाहां सीधियां करके बहना है, सवाल ये नहीं कि इदां बरागण जी थले रख के ऐ करके बहना है तुसी ना। सिक्खी दा आसन ये है कि अपनी सुरती नूं रब विच जोड़ना है। जिवें जुड़दी उवें जोड़ लो। सवाल ये है कि तुहाडा मन एकागर किवें हुंदा। जे एकागर हो गया तो समझ लो समाधि लग गई तुहाडी। जोगियां दे 84 आसन ने, तुहानूं किसी आसन की लोड़ नहीं है। सिक्खी दा आसन ये है कि परमात्मा दे विच करें गोबिंद विखै थित बृत। अपनी बिरती नूं स्थिर करना। बिरती नहीं डोलनी चाहिए रब तो। उठदियां बहदियां तुरदियां फिरदियां तुहाडी सुरती विच रब रहना चाहिए। समझ लो तुहानूं आसन लाउणा आ गया भाई। हाँ जी। पंचम प्राणा जामंग चीना, पूरक कुंभक रेचक तीना। पंजवां की है? पंजवां है जिवें प्राणायाम करते ने कष्ट जोग वाले। उहदे विच की है? पूरक है, कुंभक है, रेचक है। ये तीन ने। एक ही है, एक साह अंदर लैके जाना, एक अंदर साह नूं रोकना, एक साह नूं फिर छड्डना। हुण ये भगती विच भी है, ये एक एक्सरसाइज भी है। लंबा साह खिंचो जी, फिर साह रोको जी, फिर छड्डो जी। वो कहते जी फेफड़ियां की छाती की सब तो वधिया एक्सरसाइज है, कर लो, की फर्क पैंदा। सेहत ठीक रहिंदी है तो कर लो। पर यह सोचो भी साह अंदर खिंचांगे जी, रोकांगे जी, छड्डांगे जी, रब मिलेगा जी, इहदा रब नाल कोई लेना देना नहीं। तीन तरह के तप करोगे रब नहीं मिलेगा, चीज़ां मिल जाणगियां। मैं इस कथा नूं रोकिया सी भी एक बच्चा माँ तो चीज़ लैण लई मिट्टी च रुलण लग गया, लेट गया। की करेगी माँ? देना ही पवेगा। बच्चा घरों भज गया, प्यो की करेगा? चीज़ देनी पवेगी। पर रुस के, लेट के, गुस्से हो के, माँ प्यो नाल लड़ के जिहड़ी चीज़ लवोगे कदे तुहानूं सुख नहीं देगी। जिवें अज दे बच्चे करते हैं ना, माँ प्यो के गल विच अंगूठा दे के उन्होंने कहते दिओ जायदाद, दिओ बैंक के पैसे कढ़ा के दिओ, सानू दिओ संपत्ति दिओ। ऐसे बच्चे कदे सुख नहीं पाते।
सवाल ये भी ਇਹਦਾ ਅਸੀਂ ਪ੍ਰੈਕਟੀਕਲ ਕਰਨ ਵਾਸਤੇ ਵੀ ਤਿਆਰ ਨਹੀਂ। ਇਹਨੂੰ ਕਦੇ ਆਪਣੀ ਜ਼ਿੰਦਗੀ ਵਿੱਚ ਇਦਾਂ ਸਮਝਣ ਦਾ ਯਤਨ ਕਰਨਾ ਕਿ ਤੁਹਾਡੇ ਪਰਿਵਾਰ ਵਿੱਚ, ਤੁਹਾਡੇ ਦੋਸਤਾਂ ਮਿੱਤਰਾਂ ਵਿੱਚ ਕੋਈ ਐਸਾ ਹੈ ਜਿਹਨੇ ਮਾਂ-ਪਿਓ ਦੀ ਸੇਵਾ ਕੀਤੀ ਹੈ। ਬਸ ਫਿਰ ਉਹ ਤੋਂ ਬਾਅਦ ਵੇਖਣਾ ਉਹਨੂੰ ਕਿੰਨੇ ਰੰਗ ਭਾਗ ਲੱਗੇ ਨੇ। ਜਿਹਨੇ ਮਾਂ-ਪਿਓ ਦੀ ਸੇਵਾ ਨਹੀਂ ਕੀਤੀ ਉਹਦੀ ਖੁਆਰੀ ਵੇਖ ਲੈਣਾ ਵੀ ਕਿੰਨੀ ਹੁੰਦੀ ਹੈ। ਇਹ ਪ੍ਰੈਕਟੀਕਲ ਹੈ, एक हकीकत है कि जिस व्यक्ति ने माँ प्यो की सेवा की है, माँ प्यो के जान तो बाद जो उस बच्चे नूं फल मिलता है दुनिया च किसी नूं नहीं मिल सकता। मैं तुहानूं पहला भी आप जी नाल सांझ कीती सी कि आनंदपुर साहब के जथेदार साहब सी ज्ञानी तरलोचन सिंह, उन्हां दी माता की डैथ हो गई। ਉਹਨਾਂ ਦੇ ਤੇ ਮੇਰੇ ਇੱਕ ਕਾਮਨ ਦੋਸਤ ਦਿੱਲੀ 'ਚ ਅੱਜ ਵੀ ਜਿਉਂਦੇ ਨੇ। ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਜੀ ਸਿੰਘ ਸਾਹਿਬ ਦੇ ਮਾਤਾ ਜੀ ਚੜ੍ਹਾਈ ਕਰ ਗਏ। ਮੈਨੂੰ ਕਹਿੰਦੇ ਵਧਾਈ ਹੋਵੇ। ਮੈਂ ਉੱਥੇ ਹੀ ਫੋਨ ਬੰਦ ਕਰਤਾ। ਮੈਂ ਕਿਹਾ ਅੱਛਾ ਆ ਕੀ ਵੀ। ਚਲੋ 4-5 ਦਿਨ ਲੰਘ ਗਏ, 10ਵੇਂ ਦਿਨ ਭੋਗ ਸੀ। ਮੈਂ ਇੱਕ ਦਿਨ ਫਿਰ ਫੋਨ ਕੀਤਾ, ਮੈਂ ਕਿਹਾ ਜੀ ਭੋਗ ਤੇ ਮੈਂ ਜਾਣਾ, ਤੁਸੀਂ ਜਾਣਾ? ਕਹਿੰਦੇ ਕਿਉਂ, ਮੈਂ ਕਿਉਂ ਨਹੀਂ ਜਾਣਾ? ਮੈਂ ਕਿਹਾ ਜੀ ਉਦੋਂ ਤੇ ਤੁਸੀਂ ਵਧਾਈ ਦਿੰਦੇ ਸੀ। ਵੇਖੋ ਨੇ ਕਿੱਡੀ ਕਮਾਲ ਦੀ ਗੱਲ ਕੀਤੀ। ਮੈਨੂੰ ਕਹਿੰਦਾ ਵੀ ਤੇਰੀ ਮਾਂ ਹੈਗੀ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਮੇਰੀ ਮਾਤਾ ਦੀ ਡੈਥ ਹੋ ਚੁੱਕੀ ਹੈ। ਮੈਂ ਕਿਹਾ ਨਹੀਂ। ਕਹਿੰਦੇ ਹੈਗੀ ਤੇ ਮੇਰੀ ਵੀ ਨਹੀਂ। ਮੈਂ ਕਿਹਾ ਇਹਦਾ ਮਤਲਬ ਕੀ ਹੈ? ਮੈਂ ਤੁਹਾਨੂੰ ਦੱਸਿਆ ਵੀ ਸਿੰਘ ਸਾਹਿਬ ਦੀ ਮਾਤਾ ਪੂਰੀ ਹੋ ਗਈ, ਤੁਸੀਂ ਕਿਹਾ ਵਧਾਈ ਹੋਵੇ। ਅੱਜ ਤੁਸੀਂ ਮੈਨੂੰ ਕਹਿੰਦੇ ਵੀ ਤੇਰੀ ਮਾਂ ਨਹੀਂ ਹੈਗੀ ਤੇ ਮੇਰੀ ਮਾਂ ਵੀ ਨਹੀਂ ਹੈਗੀ। ਕਹਿਣ ਲੱਗੇ ਭਾਈ ਰਣਜੀਤ ਸਿੰਘ ਗੁੱਸਾ ਨਾ ਕਰ, ਗੱਲ ਇਹ ਮੈਂ ਤਾਂ ਕਿਹਾ ਵੀ ਵਧਾਈ ਤਾਂ ਦਿੱਤੀ, ਮੈਂ ਕਿਹਾ ਵੀ ਹੁਣੇ ਵੀ ਸਾਡੇ ਵਰਗਾ ਹੋ ਗਿਆ। ਮੈਂ ਕਿਹਾ ਜੀ ਉਹਦਾ ਕੀ ਮਤਲਬ? ਕਹਿੰਦੇ ਇਕੱਲਾ ਹੀ ਮਾਂ ਦੀਆਂ ਸੀਸਾਂ ਲੈਂਦਾ ਸੀ ਨਾ, ਨਾ ਤੇਰੀ ਮਾਂ ਤੈਨੂੰ ਦਿੰਦੀ ਸੀ ਨਾ ਮੇਰੀ ਮਾਂ ਮੈਨੂੰ ਦਿੰਦੀ ਸੀ। ਇਹ ਕਿਸੇ ਨੂੰ ਵੀ ਨਹੀਂ ਸਮਝ। मैं रोज बेनती करदा भी अपनी मां चुक के गुरुद्वारे लै आओ, मत्था ना टेको, तुसी मां नूं टेक लैण दिओ ते मां दे मूँह कोले कन्न करके सुणिओ। कदे सिल्क दा सूट नहीं मंगेगी, कदे कन्नां दे कांटे नहीं मंगेगी। इक्को ही गल कवेगी जे बोल सकदी होई भी रब्बा जिन्ने दुनिया दे सुख ने ये मेरे बच्चों नूं दे दे। तुहानूं इहो जिहा ग्रंथी मिलेगा किते ਜਿਹੜਾ ਇਦਾਂ ਤੁਹਾਡੇ ਲਈ ਅਰਦਾਸ ਕਰ ਦੇਵੇ? ਬਿਲਕੁਲ ਨਹੀਂ ਜੇ ਮਿਲੇਗਾ। ਇੰਨੀ ਇਮਾਨਦਾਰੀ ਦੀ ਸੁੱਖ ਤੁਹਾਡੀ ਕੋਈ ਮੰਗ ਸਕਦਾ ਹੈ ਜਿੰਨੀ ਤੁਹਾਡੀ ਮਾਂ ਮੰਗੇਗੀ? ਲੋਕ ਫਿਰ ਮਾਂ ਨੂੰ ਧੱਕੇ ਮਾਰੀ ਜਾਂਦੇ ਨੇ, ਫਿਰ ਘਰੋਂ ਕੱਢੀ ਜਾਂਦੇ ਨੇ। ਅਸੀਂ ਸੋਚਦੇ ਵੀ ਮਾਂ ਪਿਓ ਕੋਲ ਸਿਰਫ ਪੈਸੇ ਹੀ ਹੁੰਦੇ ਨੇ, ਪੈਸੇ ਨਹੀਂ ਹੁੰਦੇ। ਮੈਂ ਤਾਂ ਅਗਲੀ ਵੀ ਬੇਨਤੀ ਕਰਦਾ ਵੀ ਮੁਸਲਮਾਨਾਂ ਵੱਲ ਵੇਖ ਲਓ, ਜੇ ਵਿਆਹ ਦੀ ਗੱਲ ਆਵੇ ਕਹਿੰਦੇ ਜਨਾਨੀਆਂ 4 ਚਾਹੀਦੀਆਂ ਨੇ, ਪਰ ਜਦੋਂ ਮਾਂ ਦੀ ਗੱਲ ਆਵੇ ਮੈਂ ਕਹਿੰਦਾ ਜਿੰਨਾ ਮੁਸਲਮਾਨ ਮਾਂ ਨੂੰ ਰੋਂਦੇ ਨੇ ਕੋਈ ਵੀ ਨਹੀਂ ਰੋਂਦਾ। ਉਹ ਕਹਿੰਦੇ ਜੰਨਤ ਹੀ ਮਾਂ ਦੇ ਕਦਮਾਂ ਵਿੱਚ ਹੈ, ਮਾਂ ਦੇ ਪੈਰਾਂ ਵਿੱਚ, ਸਵਰਗੀ ਮਾਂ ਦੇ ਪੈਰਾਂ ਵਿੱਚ। ਤੋ ਇੱਥੇ ਜਦੋਂ ਆਪਾਂ ਕਥਾ ਸੁਣਦੇ ਹਾਂ ਤੇ ਦਾਸ ਬੇਨਤੀ ਕਰ ਰਿਹਾ ਸੀ ਵੀ ਤੁਸੀਂ ਲੈ ਲੋਗੇ ਮਾਂ ਪਿਓ ਕੋਲੋਂ, ਲੜ ਕੇ ਲੈ ਲੋਗੇ, ਰੁੱਸ ਕੇ ਲੈ ਲੋਗੇ। ਆਪਾਂ ਰੱਬ ਨਾਲ ਵੀ ਇਦਾਂ ਹੀ ਕਰਦੇ। ਚਲੀਸਾ ਸੁੱਖ ਲਿਆ ਜੀ, ਮੁੜ ਕੇ ਆਉਣੋਂ ਹੀ ਹਟ ਗਏ ਜੀ, ਫਿਰ ਕਿਤੇ ਹੋਰ ਮੱਥਾ ਟੇਕਣ ਚਲੇ ਗਏ ਜੀ। ਰੱਬ ਕਹਿੰਦਾ ਦਿਓ ਚੀਜ਼ਾਂ ਲਾਓ ਮਗਰੋਂ ਇਹਨੂੰ। ਉਹ ਚੀਜ਼ਾਂ ਸੁੱਖ ਨਹੀਂ ਦਿੰਦੀਆਂ। ਜੇ ਜੀਵਨ ਵਿੱਚ ਸੁੱਖ ਲੈਣਾ ਹੈ ਤੇ ਰੱਬ ਨਾਲ ਰੁੱਸੋ ਨਹੀਂ। ਰੱਬ ਦਾ ਘਰ ਛੱਡ ਕੇ ਕਿਤੇ ਨਾ ਜਾਓ, ਮੜੀਆਂ ਮਸਾਣੀਆਂ ਤੋਂ ਕੁਝ ਨਹੀਂ ਮਿਲਣਾ। ਹੁਣ ਇੱਥੇ ਪੁਰਾਣਾ ਜਾਮ ਦੱਸਿਆ, ਉਹ ਕੀ ਹੈ? ਹੁਣ ਪੁਰਾਣਾ ਜਾਮ ਕੀ ਹੈ? ਸਾਹ ਅੰਦਰ ਲੈ ਕੇ ਜਾਣਾ, ਅੰਦਰ ਰੋਕਣਾ, ਫਿਰ ਕੱਢਣਾ। ਹੁਣ ਇਹਦਾ ਭਗਤ ਯੋਗ ਵਿੱਚ ਇਹਦਾ ਟ੍ਰਾਂਸਲੇਸ਼ਨ ਕੀ ਹੈ ਜੀ? ਹੁਣ ਇਹਨੂੰ ਸਮਝਣਾ ਭਗਤ ਯੋਗ ਵਿੱਚ ਇਹ ਤਾਂ ਕਸ਼ਟ ਯੋਗ ਹੈ। ਪਹਿਲਾਂ ਸਾਹ ਖਿੱਚੋ ਜੀ, ਫਿਰ ਰੋਕੋ ਜੀ, ਫਿਰ ਛੱਡੋ ਜੀ। ਕਿੰਨਾ ਜ਼ੋਰ ਲੱਗੇਗਾ ਤੁਹਾਨੂੰ? ਭਗਤ ਯੋਗ ਵਿੱਚ ਕੋਈ ਜ਼ੋਰ ਲਾਉਣ ਦੀ ਲੋੜ ਨਹੀਂ। ਜਿਵੇਂ ਆਸਣ ਕਰਨ ਲੱਗੇ ਹਾਂ, ਅੰਨ ਮੱਤਾਂ ਵਿੱਚ 84 ਨੇ, ਸਾਡੇ 'ਚ ਇੱਕ ਵੀ ਨਹੀਂ ਹੈਗਾ।
ਤੁਸੀਂ ਮੇਰੇ ਸਾਹਮਣੇ ਬੈਠੇ ਹੋ, ਜਿੱਦਾਂ ਮਰਜ਼ੀ ਬਹਿ ਜਾਓ। ਅਗਰ ਕਿਸੇ ਦੀ ਸਿਹਤ ਨਹੀਂ ਠੀਕ ਹੈਗੀ ਤੇ ਉਹ ਇਦਾਂ ਢੋਲ ਲਾ ਕੇ ਕਥਾ ਸੁਣਦਾ ਹੋਵੇ ਤੇ ਇਹਦਾ ਅਰਥ ਇਹ ਨਹੀਂ ਵੀ ਉਹ ਗਲਤ ਹੈ। ਇਹਦਾ ਅਰਥ ਇਹ ਨਹੀਂ ਹੈ। ਹੁਣ ਪ੍ਰਾਣਾਯਾਮ ਕੀ ਹੈ? ਹਾਂਜੀ, ਪੂਰਕ ਗੁਰ ਕੇ ਬਚਨ ਸੁਣ ਸਭੈ ਕਰਖ ਕਰ ਲੇ। ਪੂਰਕ ਕੀ ਹੈ? ਪੂਰਕ ਹੁੰਦਾ ਸਾਹ ਅੰਦਰ ਖਿੱਚਣਾ, ਤੇ ਭਗਤ ਜੋ ਕੀ ਹੈ, ਸਾਹ ਖਿੱਚਣ ਦੀ ਲੋੜ ਨਹੀਂ। ਗੁਰੂ ਦੇ ਬਚਨ ਲਵੋ ਤੇ ਅੰਦਰ ਲੈ ਜਾਓ। ਵੇਖੋ ਕਿੱਡੇ ਸੋਹਣੇ ਸ਼ਬਦ ਨੇ, ਪੂਰਕ ਗੁਰ ਕੇ ਬਚਨ ਸੁਣ। ਜਿਵੇਂ ਸਾਹ ਅੰਦਰ ਖਿੱਚਣਾ ਹੈ ਨਾ, ਪੂਰਕ ਕਰਨਾ ਕੀ ਹੈ? ਪ੍ਰਾਣਾਯਾਮ ਕੀ ਹੈ? ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੇ ਬਚਨਾਂ ਨੂੰ ਸੁਣਨਾ, ਗੁਰੂ ਦੀ ਸਿੱਖਿਆ ਨੂੰ ਸੁਣਨਾ। ਫਿਰ ਕੀ ਕਰਨਾ ਹੈ? ਸਭੇ ਕਰਖ ਕਰ ਲੈ। ਫਿਰ ਉਹਨੂੰ ਆਪਣੇ ਅੰਦਰ ਰੋਕਣਾ। ਗੁਰੂ ਦੇ ਉਪਦੇਸ਼ ਨੂੰ ਛੱਡੋ ਨਹੀਂ, ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਟਿਕਾਓ। ਇਹ ਸਭ ਤੋਂ ਵਧੀਆ ਪ੍ਰਾਣਾਯਾਮ ਹੈ। ਹਾਂਜੀ, ਬਚ ਸੁਣ ਸਮਝੀ ਵਸਤ ਜੋ ਹਿਰਦੇ ਸਦਾ ਥਿਰ ਕੇ। ਜੋ ਗੁਰੂ ਦੇ ਬਚਨ ਸੁਣੇ ਨੇ, ਜੋ ਸਮਝੇ ਨੇ, ਉਹਦੇ ਵਿੱਚ ਆਪਣੇ ਮਨ ਨੂੰ ਸਥਿਰ ਕਰਨਾ ਹੈ, ਮੰਨਣਾ ਹੈ ਕਿ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਨਿਜ ਘਰ ਵਸੈ ਤਾਂ ਅੰਮ੍ਰਿਤ ਪੀਵੈ, ਤਾਂ ਸੁਖ ਲਹੈ ਮਹੱਲ। ਕਿਉਂ ਬਾਹਰ ਭੱਜਾ ਫਿਰਦਾ? ਕਿਉਂ ਭਟਕਦਾ ਫਿਰਦਾ? ਹਾਂਜੀ, ਕਰ ਅਭਿਆਸ ਨ ਤਹਿ ਪਰ ਹਰੇ ਸਦ ਠਹਿਰਾਵਣ ਮਨ ਮੈਂ ਕਰੇ। ਇਹਦਾ ਅਭਿਆਸ ਕਰਨਾ, ਇਸ ਉਪਦੇਸ਼ ਨੂੰ ਆਪਣੇ ਮਨ ਵਿੱਚ ਰੋਕਣਾ। ਹਾਂਜੀ, ਕੁੰਭਕ ਦੂਜੋ ਇਸੀ ਪ੍ਰਕਾਰਾ ਤੀਜੋ ਰੇਚਕ ਕਰੋ ਉਚਾਰਾ। ਇਹ ਕੁੰਭਕ ਹੈ। ਪੂਰਕ ਕੀ ਹੈ? ਗਿਆਨ, ਉਪਦੇਸ਼, ਸਾਖੀਆਂ, ਸਿੱਖਿਆ ਅੰਦਰ ਲੈ ਕੇ ਜਾਣੀਆਂ। ਕੁੰਭਕ ਕੀ ਹੈ? ਇਹਨਾਂ ਨੂੰ ਅੰਦਰ ਰੋਕਣਾ। ਚੰਗੀਆਂ ਗੱਲਾਂ, ਚੰਗਾ ਉਪਦੇਸ਼, ਚੰਗੀ ਮੱਤ, ਗੁਰੂ ਦੀ ਦਿੱਤੀ ਬੁੱਧੀ ਜਿਹੜੀ ਹੈ ਉਹਨੂੰ ਆਪਣੇ ਅੰਦਰ ਵਸਾਉਣਾ, ਇਹ ਕੁੰਭਕ ਹੈ। ਹੁਣ ਹੈ ਰੇਚਕ ਛੱਡਣਾ ਕੀ ਹੈ? ਪ੍ਰਾਣਾਯਾਮ ਦਾ ਜਿਹੜਾ ਤੀਸਰਾ ਅੰਗ ਹੈ ਉਹ ਹੁੰਦਾ ਵੀ ਜੋ ਅੰਦਰ ਹੈ ਉਹਨੂੰ ਛੱਡ ਦਿਓ। ਹੁਣ ਤੁਸੀਂ ਛੱਡਣਾ ਕੀ ਹੈ? ਹਾਂਜੀ, ਸਤਿਗੁਰ ਬਚਨ ਜੋ ਤਜਣਾ ਕਹੈ ਤਹਿ ਤਜ ਦੇਹ ਹੋਤ ਸੁਖ ਮਹਾ। ਹੁਣ ਗੁਰੂ ਜੀ ਕਹਿੰਦੇ ਨੇ ਵੀ ਕਾਮ ਛੱਡ ਦਿਓ, ਕ੍ਰੋਧ ਛੱਡ ਦਿਓ, ਲੋਭ ਛੱਡ ਦਿਓ, ਮੋਹ ਛੱਡ ਦਿਓ, ਹੰਕਾਰ ਛੱਡ ਦਿਓ, ਨਿੰਦਿਆ ਚੁਗਲੀ ਛੱਡ ਦਿਓ। ਤੇ ਆਪਾਂ ਕੀ ਛੱਡਦੇ ਆ? ਲਸਣ ਛੱਡਤਾ ਜੀ, ਗੰਢੇ ਛੱਡਤੇ ਜੀ, ਚਾਹ ਛੱਡਤੀ ਜੀ। ਲੈ ਦੱਸੋ ਫਰਕ ਪਵੇਗਾ ਕੋਈ? ਮੈਨੂੰ ਖਿਮਾ ਕਰਨਾ, ਇਹੋ ਹੀ ਹੈ ਨਾ। ਇੱਕ ਬੰਦੇ ਦੇ ਬਾਰੇ ਇਹ ਜੀ ਬੜੇ ਮਹਾਂਪੁਰਖ ਨੇ ਜੀ, ਕੀ ਕਰਦੇ ਨੇ? ਇਹ ਜੀ ਗੰਢੇ ਨਹੀਂ ਖਾਂਦੇ। ਇਹ ਚੰਗੀ ਗੱਲ ਹੈ ਵੀ ਇਹ ਗੰਢੇ ਨਹੀਂ ਖਾਂਦੇ। ਇਹ ਜੀ ਲਸਣ ਨਹੀਂ ਖਾਂਦੇ ਜੀ। ਇਹ ਬਾਬਾ ਜੀ ਚਾਹ ਨਹੀਂ ਪੀਂਦੇ ਜੀ। ਇਹ ਜੀ ਕੱਚ ਦੇ ਗਲਾਸ ਵਿੱਚ ਦੁੱਧ ਨਹੀਂ ਪੀਂਦੇ ਜੀ। ਇਹ ਤੇ ਪਤਾ ਕਰੋ ਵੀ ਇਹ ਬਾਬੇ ਨੇ ਲੋਕਾਂ ਦੀ ਜ਼ਮੀਨਾਂ ਤੇ ਕਬਜ਼ੇ ਕਿੰਨੇ ਕੀਤੇ ਨੇ। ਇਹ ਹਕੀਕਤ ਹੈ। ਸਾਨੂੰ ਲੱਗਿਆ ਨਹੀਂ ਜੀ ਇਹਨਾਂ ਤੇ ਬਾਬਾ ਜੀ ਨੇ ਘਰ ਛੱਡ ਦਿੱਤਾ ਹੈ। ਇੱਕ ਘਰ ਛੱਡਿਆ ਹੈ, ਉਸ ਤੋਂ ਬਾਅਦ 15 ਡੇਰੇ ਮੱਲੇ ਨੇ। ਇਹਨੇ ਜੀ ਬੱਚੇ ਛੱਡ ਦਿੱਤੇ, 2 ਬੱਚੇ ਛੱਡੇ ਨੇ ਨਾ। ਇਹ 150 ਆਪਣੇ ਚੇਲੇ ਬਣਾ ਕੇ ਤੁਰਿਆ ਫਿਰਦਾ। ਉਹਦਾ ਕੀ ਕਰੋਗੇ ਤੁਸੀਂ? ਇੱਥੇ ਉਹਨਾਂ ਮਹਾਂਪੁਰਖਾਂ ਦੀ ਲੋੜ ਹੈ, ਜੇ ਉਹਨਾਂ ਨੇ ਘਰ ਛੱਡਿਆ ਤੇ ਉਹਨਾਂ ਨੇ ਫਿਰ ਸਾਰੀ ਦਾਅਵੇਦਾਰੀ ਛੱਡੀ ਹੈ, ਕੋਈ ਦਾਅਵੇਦਾਰੀ ਨਹੀਂ ਕੀਤੀ। ਕਿਤੇ ਆਪਣਾ ਨਾਂ ਨਹੀਂ ਮੁੜ ਕੇ ਲਿਖਿਆ। ਮੈਂ ਆਪ ਜੀ ਨੂੰ ਕਿੰਨੇ ਵਾਰੀ ਦੱਸਿਆ ਹੈ ਕਿ ਮੈਨੂੰ ਵੀ ਆਦਤ ਸੀ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਅਨਾਉਂਸਮੈਂਟ ਕਰਨੀ, ਤੇ ਜਦੋਂ ਬਾਬਾ ਜੀ ਨੇ ਮਿਲਣਾ, ਪਤਾ ਨਹੀਂ ਉਹ ਚੇਤੇ ਰੱਖਦੇ ਸੀ ਵੀ ਗਿਆਨੀ ਮਿਲੇ ਸੀ, ਇਹਨੂੰ ਕਹਿਣਾ ਹੈ। ਉਹਦੇ ਕਹਿਣਾ, ਭਾਈ ਰਣਜੀਤ ਸਿੰਘ ਮੈਨੂੰ ਸੰਤ ਨਾ ਕਿਹਾ ਕਰ। ਮੈਂ ਸੰਤ ਨਹੀਂ। ਬਾਬਾ ਜੀ ਕੀ ਕਹੀਏ? ਜਹੇਦਾਰ ਹਰਬੰਸ ਸਿੰਘ। ਅੱਜ ਵੀ ਤੁਸੀਂ ਟਰੱਕਾਂ ਤੇ ਪੜ੍ਹ ਲਿਓ ਕਾਰ ਸੇਵਾ ਵਾਲੀਆਂ ਗੱਡੀਆਂ ਤੇ
ਜਥੇਦਾਰ ਬਾਬਾ ਹਰਬੰਸ ਸਿੰਘ ਹੋਏਗਾ। ਉਹ ਕਹਿੰਦੇ ਸੰਤ ਦਾ ਘਰ ਬੜੀ ਦੂਰ ਹੈ, ਸੰਤ ਦੀ ਪਦਵੀ ਬੜੀ ਦੂਰ ਹੈ। ਛੱਡਣਾ ਕੀ ਹੈ? ਜੋ ਗੁਰੂ ਦੇ ਬਚਨ ਕਹਿੰਦੇ ਨੇ। ਗੁਰੂ ਦੇ ਬਚਨ ਕਹਿੰਦੇ ਭਾਈ ਬੁਰਾਈਆਂ ਛੱਡੋ। ਅਸੀਂ ਕਹਿੰਦੇ ਨਹੀਂ ਜੀ ਗੰਢੇ ਛੱਡ ਦਿਓ ਜੀ, ਲਸਣ ਛੱਡ ਦਿਓ ਜੀ, ਚਾਹ ਛੱਡ ਦਿਓ ਜੀ, ਕੱਚ ਦੇ ਭਾਂਡਿਆਂ 'ਚ ਖਾਣਾ ਪੀਣਾ ਛੱਡ ਦਿਓ ਜੀ। ਉਹਦੇ ਨਾਲ ਕੀ ਫਰਕ ਪਏਗਾ? ਨਿੰਦਿਆ ਚੁਗਲੀ ਛੱਡ ਕੇ ਵੇਖੋ, ਜ਼ਰੂਰ ਘਰ 'ਚ ਫਰਕ ਪਵੇਗਾ। ਈਰਖਾ ਕਰਨੀ, ਵੈਰ ਵਿਰੋਧ ਕਰਨਾ ਛੱਡ ਕੇ ਵੇਖੋ, ਘਰ ਦੇ ਮਾਹੌਲ 'ਚ ਫਰਕ ਪਵੇਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡੋ, ਜ਼ਰੂਰ ਜੀਵਨ ਵਿੱਚ ਫਰਕ ਪਵੇਗਾ। ਚਾਹ ਛੱਡਣ ਨਾਲ ਕੀ ਫਰਕ ਪੈਣਾ? ਕੋਈ ਫਰਕ ਨਹੀਂ ਪੈਣਾ। ਤੁਹਾਨੂੰ ਪਤਾ ਹੈ ਰਾਜਸਥਾਨ ਦੇ ਲੋਕਾਂ ਨੂੰ ਲਾਲ ਮਿਰਚ ਖਾਣੀ ਪੈਂਦੀ ਹੈ। ਇੱਕ ਵਕਤ ਸੀ ਮੇਰੇ ਆਪਣੇ ਘਰ ਜਿਹੜੀ ਦੁਪਹਿਰ ਦੀ ਰੋਟੀ ਹੁੰਦੀ ਸੀ ਉਹ ਚਟਨੀ ਨਾਲ ਹੁੰਦੀ ਸੀ। ਚਟਨੀ ਕੀ ਸੀ? ਨਰੋਲ ਲਾਲ ਮਿਰਚ ਲੈ ਕੇ ਉਹਦੇ ਵਿੱਚ ਗੰਢੇ ਪਾ ਕੇ ਉਹਨੂੰ ਕੁੱਟ ਕੇ ਉਹਦੀ ਚਟਨੀ ਬਣਾਉਣੀ। ਜਿੱਥੇ ਟੈਂਪਰੇਚਰ 50 ਦੀ ਡਿਗਰੀ ਤੱਕ ਜਾਂਦਾ ਹੈ ਉੱਥੇ ਅਗਰ ਤੁਸੀਂ ਲਾਲ ਮਿਰਚ ਤਿੱਖੀ ਨਹੀਂ ਖਾਓਗੇ, ਕੱਚਾ ਪਿਆਜ਼ ਨਹੀਂ ਖਾਓਗੇ, ਤੁਹਾਡਾ ਬ੍ਰੇਨ ਹੈਮਰੇਜ ਕੋਈ ਦੁਨੀਆ 'ਚ ਨਹੀਂ ਰੋਕ ਸਕਦਾ। ਪਤਾ ਹੈ ਤੁਹਾਨੂੰ? ਕੱਚਾ ਪਿਆਜ਼ ਖਾਣ ਵਾਲੇ ਨੂੰ ਬ੍ਰੇਨ ਹੈਮਰੇਜ ਨਹੀਂ ਹੋ ਸਕਦਾ। ਇਹ ਜਿਹੜੇ ਐਲੋਪੈਥੀ ਦੇ ਜਿਹੜੇ ਫਾਰਮੂਲੇ ਤੇ ਹੁਣ ਆਏ ਨੇ, ਇਹ ਸਾਡੇ ਬਜ਼ੁਰਗਾਂ ਦੇ ਵੇਲੇ ਦੇ ਫਾਰਮੂਲੇ ਨੇ। ਮਸਕੀਨ ਸਾਹਿਬ ਦੱਸਦੇ ਸੀ ਕਈ ਮੁਲਕ ਐਸੇ ਨੇ ਜਿੱਥੇ ਲੋਕ ਚਾਹ ਨਹੀਂ ਪੀਂਦੇ, ਉਹਨਾਂ ਨੂੰ ਦਮੇ ਦਾ ਰੋਗ ਰਹਿੰਦਾ ਹੈ ਕਿਉਂਕਿ ਉੱਥੋਂ ਦਾ ਵਾਤਾਵਰਨ ਨਮੀ ਵਾਲਾ ਹੈ। ਅਸੀਂ ਤੇ ਚਾਹ ਸ਼ੌਕੀਆ ਪੀਂਦੇ ਹਾਂ ਨਾ। ਕਈ ਮੁਲਕਾਂ ਦੇ ਵਾਤਾਵਰਨ ਦੀ ਮਜਬੂਰੀ ਹੈ ਕਿ ਉਹਨਾਂ ਨੂੰ ਚਾਹ ਪੀਣੀ ਪੈਂਦੀ ਹੈ। ਕਿੰਨੇ ਦੁਨੀਆ ਦੇ ਲੋਕ ਐਸੇ ਨੇ ਜਿਨ੍ਹਾਂ ਲੋਕਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜ਼ਰੂਰੀ ਖਾਣੀਆਂ ਪੈਂਦੀਆਂ ਨੇ, ਉੱਥੇ ਕੁਝ ਹੋਰ ਖਾਣ ਨੂੰ ਹੈ ਹੀ ਨਹੀਂ ਗਾ। 42 ਲੱਖ ਜੂਨਾਂ ਪਾਣੀ ਵਿੱਚ ਨੇ, ਉੱਥੇ ਕੀ ਹੈ? ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ। ਉੱਥੇ ਇੱਕ ਜੀਵ ਦੂਜੇ ਨੂੰ ਖਾ ਰਿਹਾ ਹੈ, ਕੋਈ ਕਿਸੇ ਨੂੰ ਪਾਪੀ ਨਹੀਂ ਕਹਿੰਦਾ। ਹਾਂਜੀ। ਖਸ਼ਟਮ ਧਿਆਨ ਅੰਗ ਸੁਣ ਜੈਸੇ, ਪੜਨ ਸੁਨਨ ਗੁਰ ਬਚ ਜਬ ਬੈਸੇ। ਛੇਵਾਂ ਭਗਤ ਯੋਗ ਹੈ ਕਿ ਆਪਣੇ ਅੰਦਰ ਧਿਆਨ ਪੈਦਾ ਕਰੋ। ਜੋ ਤੁਸੀਂ ਪੜ੍ਹਿਆ, ਜੋ ਤੁਸੀਂ ਸੁਣਿਆ, ਜੋ ਤੁਹਾਨੂੰ ਗੁਰੂ ਦੇ ਬਚਨ ਪ੍ਰਾਪਤ ਹੋਏ ਨੇ, ਹਾਂਜੀ, ਸ਼ਬਦ ਅਰਥ ਮੈਂ ਰਾਖੇ ਧਿਆਨਾ, ਪੂਰਨ ਦੇਹ ਸੰਕਲਪ ਨਾ ਆਨਾ। ਹਮੇਸ਼ਾ ਧਿਆਨ ਰੱਖੋ ਕਿ ਗੁਰਬਾਣੀ ਦੇ ਅਰਥ ਕੀ ਨੇ, ਭਾਵ ਕੀ ਹੈ। ਆਪਣੇ ਮਨ ਵਿੱਚ ਫੁਰਨੇ ਨਾ ਪੈਦਾ ਹੋਣ ਦਿਓ, ਆਪਣੇ ਮਨ ਵਿੱਚ ਸੰਕਲਪ ਨਾ ਪੈਦਾ ਹੋਣ ਦਿਓ। ਆਪਣੇ ਮਨ ਵਿੱਚ ਬਿਨਾਂ ਕਾਰਨ ਇਛਾਵਾਂ ਨੂੰ ਜਨਮ ਨਾ ਦਿਓ। ਇਛਾਵਾਂ ਹੀ ਤੁਹਾਡੇ ਜੀਵਨ ਨੂੰ ਫਿਰ ਪਾਪਾਂ ਤੱਕ ਲੈ ਕੇ ਜਾਂਦੀਆਂ ਨੇ। ਹਾਂਜੀ। ਸਪਤਮ ਅਹੇ ਧਾਰਨਾ ਅੰਗਾ, ਤਿਸ ਸਰੂਪ ਸੁਣੀਏ ਰੁਚ ਸੰਗਾ। ਸਤਵਾਂ ਭਗਤ ਯੋਗ ਹੈ ਆਪਣੇ ਅੰਦਰ ਧਾਰਨ ਕਰਨਾ, ਗ੍ਰਹਿਣ ਕਰਨਾ, ਕੋਈ ਚੀਜ਼ ਆਪਣੇ ਅੰਦਰ ਵਸਾਉਣੀ। ਕਵੀ ਜੀ ਕਹਿੰਦੇ ਭਾਈ ਉਹ ਵੀ ਸੁਣੋ, ਉਹਦੇ ਵੀ ਕਈ ਅੰਗ ਨੇ ਅੱਗੋਂ। ਹਾਂਜੀ। ਮਨ ਸੰਕਲਪ ਵਿਖੇ ਜੇ ਜਾਵੇ, ਪੁੰਨ ਮਨ ਰੋਕ ਸ਼ਬਦ ਮਹਿ ਲਾਵੇ। ਹੁਣ ਮਨ ਦਾ ਸੁਭਾਅ ਹੈ ਭਟਕਣਾ। ਜਦੋਂ ਮਨ ਭਟਕੇ ਉਦੋਂ ਮਨ ਨੂੰ ਕਹੋ ਕਿ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਗੁਰੂ 9ਵੇਂ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਮਨ ਲੋਚੈ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਹਾਂਜੀ। ਜਬ ਮਨ ਟਿਕਿਓ ਘਟੀ ਦੋ ਚਾਰਾ, ਤਹਿ ਕੋ ਨਾਮ ਸਮਾਦ ਉਚਾਰਾ। ਜਦੋਂ ਮਨ ਟਿਕ ਜਾਵੇ ਸਮਝ ਲੈਣਾ ਸਮਾਧੀ ਲੱਗ ਗਈ। ਇੱਕ ਸਮਾਧੀ ਹੈ ਜਿਹੜੀ ਤੁਸੀਂ ਯੋਗ ਅਭਿਆਸ ਚੋਂ ਕੱਢਦੇ ਹੋ। ਇਹ ਵੀ ਇੱਕ ਐਕਸਰਸਾਈਜ਼ ਹੈ ਵੀ ਤੁਸੀਂ ਇਦਾਂ ਕਰਕੇ ਬਹਿ ਗਏ, ਘੰਟਿਆਂ ਬੱਧੀ ਬੈਠੇ ਰਹੇ। ਕੀ ਹੈ? ਪ੍ਰੈਕਟਿਸ ਹੈ।
ਪ੍ਰੈਕਟਿਸ ਹੈ ਤੁਹਾਡੀ। ਪਰ ਭਗਤ ਯੋਗ ਦੀ ਸਮਾਧੀ ਕੀ ਹੈ ਕਿ ਜਦੋਂ ਤੁਹਾਡਾ ਮਨ ਟਿਕ ਜਾਏ, ਤੁਸੀਂ ਕਦੇ ਮਨ ਨੂੰ ਰੋਕੋਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਸਾਹ ਜਿਹੜਾ ਹੈ ਅੰਦਰ ਜਾਂਦਾ ਆਉਂਦਾ, ਤੁਹਾਨੂੰ ਮਨ ਦੀ ਪ੍ਰਕਿਰਿਆ ਸਮਝ ਆਏਗੀ। ਸਵਾਸਾਂ ਦੇ ਘੋੜੇ ਤੇ ਮਨ ਚੱਲਦਾ ਤੁਸੀਂ ਖੁਦ ਵੇਖ ਸਕਦੇ ਹੋ, ਪਰ ਜੇ ਕਿਤੇ ਮਨ ਰੁਕੇ ਤੇ ਤਾਂ ਹੀ ਹੈ ਨਾ। ਹਾਂਜੀ। ਸ਼ਬਦ ਵਿਖੈ ਜਬ ਲੱਗੀ ਸਮਾਦ, ਤਿਸੈ ਵਧਾਵੇ ਤਨ ਮਨ ਸਾਧ। ਜਦੋਂ ਸ਼ਬਦ ਵਿੱਚ ਸਮਾਧੀ ਲੱਗਣੀ ਸ਼ੁਰੂ ਹੋਵੇ ਤੇ ਫਿਰ ਉਹਨੂੰ ਵਧਾਓ, ਉਹਨੂੰ ਟਾਈਮ ਨੂੰ ਅੱਗੇ ਐਕਸਟੈਂਡ ਕਰੋ। ਜੇ ਅੱਜ ਅੱਧਾ ਘੰਟਾ ਹੈ, ਕੱਲ 40 ਮਿੰਟ ਕਰੋ, 40 ਮਿੰਟ ਅੱਗੇ 50 ਮਿੰਟ ਕਰੋ। ਦੁਨੀਆ ਦੀ ਐਕਸਰਸਾਈਜ਼ ਦਾ ਵੀ ਇਹੀ ਫਾਰਮੂਲਾ ਹੈ ਕਿ ਪਹਿਲੇ ਦਿਨ ਜੇ ਤੁਸੀਂ ਸੈਰ ਕਰਨ ਜਾਂਦੇ ਹੋ ਤਾਂ 20 ਮਿੰਟ ਜਾਓ, ਹਫਤਾ ਇੱਥੇ ਹੀ ਰੱਖੋ, ਫਿਰ 30 ਮਿੰਟ ਕਰ ਦਿਓ, ਹਫਤਾ ਇੱਥੇ ਰੱਖੋ, ਫਿਰ 40 ਮਿੰਟ ਕਰ ਦਿਓ, ਹਫਤਾ ਇੱਥੇ ਰੱਖੋ। ਪਰ ਅਸੀਂ ਕੀ ਕਰਨਾ, ਇੱਕ ਦਿਨ ਤੇ ਅਸੀਂ 1.5 ਘੰਟਾ ਸੈਰ ਕਰਨੀ ਹੈ ਤੇ ਮੁੜ ਕੇ ਹਫਤਾ ਉੱਠਣਾ ਹੀ ਨਹੀਂ। ਹੋਇਆ ਕੀ ਹੈ, ਲੱਤਾਂ ਬੜੀਆਂ ਦੁਖਦੀਆਂ ਨੇ। ਵੀ ਮਤਲਬ ਇੱਕੋ ਦਿਨ ਹੀ ਅਸੀਂ ਮਤਲਬ ਜਿਹੜਾ ਨਾ ਸਾਰਾ ਕੁਝ ਇੱਕੋ ਦਿਨ ਹੀ ਕਰਨਾ ਚਾਹੁੰਦੇ ਆ। ਖਾਣ ਪੀਣ ਦਾ ਵੀ ਇਹੀ ਤਰੀਕਾ ਹੈ, ਡਾਈਟ ਵਧਾਉਣੀ ਤਾਂ ਤਰੀਕਾ ਹੈ, ਡਾਈਟ ਛੱਡਣੀ ਹੈ ਤਾਂ ਤਰੀਕਾ ਹੈ। ਪਰ ਸਾਡਾ ਤਰੀਕਾ ਤੇ ਵੀ 6 ਦਿਨ ਰੱਜ ਕੇ ਖਾਣਾ ਹੈ, 7ਵੇਂ ਦਿਨ ਬਿਲਕੁਲ ਹੀ ਨਹੀਂ ਖਾਣਾ। ਔਰ ਜਿਹੜੀ ਗੱਲ ਮੈਨੂੰ ਸਮਝ ਆਈ ਹੈ ਕਿ ਜੇ ਬਹੁਤਾ ਖਾਣ, ਜਿਹਨੂੰ ਓਵਰ ਡਾਈਟਿੰਗ ਕਹਿੰਦੇ ਅਸੀਂ, ਬਹੁਤਾ ਖਾਣ ਨਾਲ ਜੇ ਭਾਰ ਵੱਧਦਾ ਹੈ ਤਾਂ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਵੀ ਖਾਲੀ ਪੇਟ ਨਾਲ ਵੀ ਭਾਰ ਵੱਧਦਾ ਹੈ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਵੀ ਨਾ ਖਾਲੀ ਪੇਟ ਰੱਖੋ ਤੇ ਨਾ ਇਹਦੇ ਵਿੱਚ ਓਵਰ ਕਰੋ। ਇਹ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ ਵੀ ਥੋੜਾ ਸੋਵੇਂ ਥੋੜਾ ਹੀ ਖਾਵੇ, ਇਸ ਤੋਂ ਵੱਡੀ ਗੁਰਮਤ ਕੋਈ ਨਹੀਂ ਹੈ, ਇਸ ਤੋਂ ਵੱਡਾ ਕੋਈ ਮੈਡੀਕਲ ਨਹੀਂ ਹੈ, ਇਹਦੇ ਤੋਂ ਵੱਡੀ ਕੋਈ ਸਾਇੰਸ ਨਹੀਂ, ਇਹਦੇ ਤੋਂ ਵੱਡਾ ਕੋਈ ਵਿਗਿਆਨ ਨਹੀਂ ਹੈ। ਜਦੋਂ ਤੁਹਾਡੀ ਸ਼ੁਰਤ ਸ਼ਬਦ ਵਿੱਚ ਜੁੜੇ ਫਿਰ ਉਹਦਾ ਟਾਈਮ ਵਧਾਓ। ਇਹ ਨਹੀਂ ਵੀ ਇੱਕ ਦਿਨ ਆਏ ਤੇ 2.5 ਘੰਟੇ ਗੁਰਦੁਆਰੇ ਬੈਠੇ ਰਹੇ, ਮੁੜ ਕੇ ਹਫਤਾ ਲੱਭੇ ਹੀ ਨਹੀਂ ਨਾ, ਫਿਰ ਗੱਲ ਬਣੇਗੀ ਨਹੀਂ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂ, ਤੁਸੀਂ ਟੀਵੀ ਦੇ ਅੱਗੇ ਬੈਠੋ, ਇੱਕ ਦਿਨ ਸੀਰੀਅਲ ਵੇਖੋ, 2 ਦਿਨ ਵੇਖੋ, ਤੀਜੇ ਦਿਨ ਕੀ ਹੋਏਗਾ? ਤੀਜੇ ਦਿਨ ਤੁਸੀਂ ਘੁੰਮ ਘੁਮਾ ਕੇ ਆਪੇ ਉੱਥੇ ਆ ਜਾਓਗੇ। ਫਿਰ ਕੀ ਕਰੋ? ਫਿਰ ਇੱਕ ਹਫਤਾ ਛੱਡ ਦਿਓ। ਫਿਰ ਤੁਹਾਨੂੰ ਕੋਈ ਕਵੇ ਵੀ ਉਹ ਭਾਜੀ ਉਹ ਸੀਰੀਅਲ ਤੁਸੀਂ ਕਿੱਥੋਂ ਤੱਕ ਪਹੁੰਚ ਗਿਆ, ਉਹ ਮੈਂ ਨਹੀਂ ਵੇਖਦਾ ਹੁਣ, ਤੁਹਾਡੀ ਉਹ ਜਿਹੜੀ ਲਗਨ ਬਣੀ ਸੀ ਟੁੱਟ ਜਾਏਗੀ। ਜੇ ਦੁਨੀਆ ਦੀ ਇਹ ਉਦਾਹਰਣ ਹੈ ਤੇ ਭਗਤੀ ਦੀ ਉਦਾਹਰਣ ਵੀ ਇਹੀ ਹੈ। ਇੱਕ ਦਿਨ ਪਾਠ ਕਰੋਗੇ, ਦੂਜੇ ਦਿਨ ਕਰੋਗੇ, ਤੀਜੇ ਦਿਨ ਕਰੋਗੇ, ਫਿਰ ਤੁਹਾਨੂੰ ਖੁਦ ਵੀ ਫੀਲ ਹੋਏਗਾ ਵੀ ਅੱਜ ਚੌਥਾ ਦਿਨ ਮੈਂ ਪਾਠ ਨਹੀਂ ਕੀਤਾ। ਪਰ ਜਦੋਂ 5 ਦਿਨ ਨਹੀਂ ਕਰੋਗੇ, ਛੱਡੋ ਪਰਾਂ, ਰੋਜ਼ ਹੁੰਦਾ ਤੇ ਹੈ ਨਹੀਂ, ਐਵੇਂ 2 ਦਿਨ ਕਰਨ ਦਾ ਕੀ ਫਾਇਦਾ ਹੈ? ਫਿਰ ਮਨ ਆਲਸੀ ਹੋ ਜਾਏਗਾ। ਭਗਤ ਜੋਗ ਇਹ ਕਹਿੰਦਾ ਹੈ ਕਿ ਭਾਈ ਸ਼ਬਦ ਵਿਖੇ ਜਬ ਲੱਗੀ ਸਮਾਧ, ਤਿਸੈ ਵਧਾਵੇਂ ਤਨ ਮਨ ਸਾਧ। ਜਦੋਂ ਸਮਾਧੀ ਸ਼ਬਦ ਵਿੱਚ ਲੱਗੇ ਤੇ ਟਾਈਮ ਐਕਸਟੈਂਡ ਕਰੋ, ਵਧਾਓ। ਜਿੱਦਣ ਗੁਰਦੁਆਰੇ ਆਏ, ਤੁਹਾਨੂੰ ਕਥਾ ਚੰਗੀ ਲੱਗੇ, ਕੀਰਤਨ ਚੰਗਾ ਲੱਗੇ, ਪਾਠ ਚੰਗਾ ਲੱਗੇ ਤੇ ਘੜੀ ਨਾ ਵੇਖੋ, ਬਹਿ ਜਾਓ ਫਿਰ 5 ਮਿੰਟ, ਤਾਂ ਕੀ ਫਰਕ ਪੈਂਦਾ? ਜੇ ਕੁਦਰਤ ਨੇ ਦੇ ਹੀ ਦਿੱਤਾ ਹੈ ਤੁਹਾਨੂੰ, ਉਹ ਵਕਤ ਆ ਗਿਆ ਹੈ ਕਿ ਤੁਹਾਨੂੰ ਰਸ ਆ ਰਿਹਾ ਹੈ, ਤੇ 5 ਮਿੰਟ ਹੋਰ ਬਹਿ ਜਾਓ। ਐਡੀ ਕਿਹੜੀ ਅਰਬਾਂ ਖਰਬਾਂ ਦੀ ਬਾਹਰ ਡੀਲ ਖਰਾਬ ਹੋਣ ਲੱਗੀ ਆ ਆਪਣੀ। ਇੱਕ ਵਾਰੀ ਨਾ ਮੈਂ ਲਿੰਕ ਰੋਡ ਚੋਂ ਨਿਕਲਿਆ, ਹੁਣ ਸੜਕ ਖਾਲੀ ਸੀ, ਮੈਂ ਅੱਗੇ ਤੁਰ ਪਿਆ, ਇੱਧਰੋਂ ਇੱਕ ਬਾਊ ਜਿਹਾ ਆਇਆ, ਬੜੀ ਪੁਰਾਣੀ ਗੱਲ, ਮੇਰੇ ਕੋਲ ਪੁਰਾਣੀ ਕੰਟੈਸਾ ਸੀ, ਉਹਦੇ ਕੋਲ ਫੀਅਟ ਸੀ, ਉਹ ਮੇਰੇ 'ਚ ਵੱਜਦਾ ਮਸਾਂ ਹੀ ਬਚਿਆ। ਤੇ ਮੈਂ ਉਹਨੂੰ ਬਾਊ ਨੂੰ ਇੱਕੋ ਗੱਲ ਕਹੀ, ਮੈਂ ਕਿਹਾ ਬਾਊ ਜੀ ਹੌਲੀ ਚੱਲੋ, ਘਰ ਜਾ ਕੇ ਗਾਲਾਂ ਹੀ ਖਾਣੀਆਂ ਘਰ ਵਾਲੀ ਤੋਂ, ਵੀ ਇੱਥੋਂ ਲੱਤਾਂ ਬਾਹਾਂ ਤੜਾ ਕੇ ਜਾਏਗਾ, ਅੱਗੇ ਕਿਹੜਾ ਮਾਹੌਲ ਠੀਕ ਹੈ? ਸਾਡੀ ਹਾਲਤ ਇਹ ਹੈ ਵੀ ਜੇ ਇੱਥੋਂ ਭੱਜ ਕੇ ਉੱਠ ਵੀ ਪਈਏ ਤੇ ਬਾਹਰ ਕੀ ਹੈ? ਕੁਛ ਵੀ ਨਹੀਂ ਹੈਗਾ। ਜੇ ਕੁਦਰਤ ਨੇ ਇੱਕ ਸਮਾਂ ਬਖਸ਼ੀ ਦਿੱਤਾ ਕਿ ਪਾਠ ਸੁਣ ਰਹੇ ਆ, ਕੀਰਤਨ ਕੋਈ ਆ ਕੇ ਕਰ ਰਿਹਾ ਹੈ,
बड़ा अच्छा माहौल बनया, बह जाओ 5 मिनट, हो सकता रंग ही लग जाए। अज मन बनया, कल फिर मन खिंच के लियावे भी चल शायद अज भाई साहब फिर सोहना जिहा कीर्तन करते होणगे। ये भगत योग है। जे मन टिके उहदे टाइम नूं वधाओ, उस टाइम दे विच होर बैठण दी कोशिश करो। इहो जी घड़ी रोज़ नहीं बनती, इहो जिहा वक़्त रोज़ नहीं बनेगा, उहो जिहा आनंद वातावरण रोज़ नहीं सिरजिया जाता। कदे कदे कोई समा ऐसा होंदा है कि मन टिक जाता है, टिक जाए तो आप भी टिक जाओ। ये 8वां योग है भगत योग का। हुण देखो भगत योग कितना सौखा है, पर कष्ट योग कितना औखा है, पर दुनिया सारी उधर जाती है। भगत योग गुरु नानक का मार्ग है, सिੱਖੀ का मार्ग है। अज समा समाप्त है, सतगुरु किरपा करन। अगली कथा आपां कल गुरु की गोद विच बैठ के सुनीए। भुल्लां वाहिगुरु जी का खालसा, वाहिगुरु जी